ਉਪਕਾਰ ਜੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਇੰਡਸਟਰੀ ਦਾ ਕੀ ਹਾਲ ਚਾਲ ਹੈ ਜੀ ਜਲੰਧਰ ਦੀ? इंडस्ट्री बहुत अच्छी है, एक्सपोर्ट बहुत अच्छी है। ਜਿਹੜੇ ਗਵਰਨਮੈਂਟ ਤੋਂ ਇਨਸੈਂਟਿਵ ਹੈ ਨਾ ਉਹ ਨਹੀਂ ਮਿਲਦੇ ਪਏ। ਉਹਦਾ ਘੱਟ ਕਰਕੇ ਹੁਣ 31 ਤੱਕ ਖਤਮ ਹੋ ਜਾਣੀ ਹੈ ਜੀ ਆਪਣੀ ਹਾਂਜੀ ਸਰ, ਉਹਦਾ ਵੀ ਖਤਮ ਹੋ ਜਾਏਗੀ ਜਿਹੜੀ। नहीं नहीं इस वे बहुत बुरा हाल है जी। आज भी मैं न्यूज से लाया पर 3 महीने हो गए, पैसा नहीं आ रहा सरकार को। स्टील शॉर्टेज इज अ बिग इशू, स्टील नहीं मिल रहा। पांच रुपए किलो बढ़ गया सर। हाँ जी, 5 रुपए किलो ਦਾ ਫਰਕ ਪੈ ਗਿਆ। ਹਾਂ ਅਸੀਂ ਕਿੱਥੇ ਜਾਣਾ ਹੈ ਦੱਸੋ ਮੈਨੂੰ। ਹਾਂਜੀ ਹਾਂਜੀ ਹਾਂ, ਬਹੁਤ ਬੁਰਾ। ਗੈਸ ਦੀ ਬੜੀ ਸ਼ਾਰਟੇਜ ਹੈ, ਗੈਸ ਦੀ ਬੜੀ ਸ਼ਾਰਟੇਜ ਬਹੁਤ ਹਰ ਪਾਸੇ। ਪਰ ਜੇ ਜਿਹਨੇ ਕੋਈ ਨਵਾਂ ਕਨੈਕਸ਼ਨ ਲੈਣਾ, ਕੁਝ ਵੀ ਕਰਨਾ ਤਾਂ ਬੜਾ ਮੁਸ਼ਕਿਲ ਹੈ ਸਰ। ਉਹ ਫਾਰਮ ਹੀ ਨਹੀਂ ਭਰ ਸਕਦੇ ਤੁਸੀਂ। ਹਾਂ, ਅੱਗੇ ਕੰਮ ਹੀ ਨਹੀਂ ਚੱਲਿਆ ਤਾਂ ਅਸੀਂ ਡੈਫਰ ਕਰ ਦਈਏ, ਬੜੀ ਚੰਗੀ ਗੱਲ ਹੈ ਕਿਉਂਕਿ ਐਨਜੀਟੀ ਨੇ ਸਖਤੀ ਕਰੀ ਜਾਣੀ ਹੈ। ਸਰ ਮੈਨੂੰ ਦੱਸੋ, ਐਨਜੀਟੀ ਸਖਤੀ ਕਰੀ ਜਾ ਰਹੀ ਹੈ। ਮੈਂ ਆਈ ਐਗਰੀ ਵਿਦ ਯੂ। ਮੈਂ ਆਈ ਐਮ ਰੈਡੀ ਟੂ ਸਪੈਂਡ ਮਨੀ ਔਨ ਦਿਸ ਵਾਟਰ ਹਾਰਵੈਸਟਿੰਗ। ਤੁਸੀਂ ਮੈਨੂੰ ਇਹਨਾਂ ਨੂੰ ਕਹੋ ਪੰਚਾਇਤਾਂ ਜੋ ਜ਼ਮੀਨ ਲੈ ਕੇ ਦੇ ਦਿਓ। ਇਹ ਦੇਖੋ, ਇਹੀ ਗੱਲਾਂ ਆਪਾਂ ਸਾਰੀਆਂ ਜਿਹੜੀਆਂ ਇਸ਼ੂ ਹੈ ਨਾ ਪੰਚਾਇਤਾਂ ਤੋਂ ਜ਼ਮੀਨ ਲੈਣੀ ਜਾਂ ਆਪਾਂ ਨੂੰ ਦੇਖੋ ਜਿਹੜੀ ਛੋਟੀ ਇੰਡਸਟਰੀ ਹੈ, ਆਪਾਂ ਏਦਾਂ ਗੱਲ ਮੁਕਾਈਏ, ਜਿਹੜੀ ਛੋਟੀ ਇੰਡਸਟਰੀ ਰੋਜ਼ ਦਾ 10,000 20,000 ਲੀਟਰ ਪਾਣੀ ਯੂਜ਼ ਕਰ ਰਹੀ ਹੈ, ਉਹਦੇ ਲਈ ਤਾਂ ਸਿੰਪਲ ਨੌਮ ਚਾਹੀਦੀ ਹੈ। ਜਿੱਦਾਂ ਜਿੱਦਾਂ ਪਾਣੀ ਵਧੀ ਜਾਂਦਾ ਤਾਂ ਕਿ ਐਮਐਸਐਮਈ ਤਾਂ ਬਾਹਰ ਨਿਕਲ ਜਾਏ ਨਾ ਇਸ ਤੋਂ ਘੱਟ ਤੋਂ ਘੱਟ। ਉਪਕਾਰ ਜੀ ਤੁਸੀਂ 10,000 ਨਾ ਕਹੋ, ਤੁਸੀਂ 50,000 ਤੋਂ ਸ਼ੁਰੂ ਕਰੋ। 50,000 ਲੀਟਰ ਤੱਕ ਅਸੀਂ ਕਿਹਾ ਵੀ 50,000 ਲੀਟਰ ਤੱਕ ਇਹਨੂੰ ਬਿਲਕੁਲ ਸਿੰਪਲ ਚਾਹੀਦਾ। ਜਿਹੜੀ ਐਮਐਸਐਮਈ ਦੀ ਗੱਲ ਹੈ, ਜੇ ਮੈਂ ਆਪਣੀ ਫੈਕਟਰੀ 'ਚ ਹਾਰਵੈਸਟਿੰਗ ਕਰਨਾ ਚਾਹਨਾ, ਪੋਲਿਊਸ਼ਨ ਡਿਪਾਰਟਮੈਂਟ ਨਹੀਂ ਕਰਨਾ ਦੇ ਰਿਹਾ। ਚਲੋ ਦੈਟ ਪੁਆਇੰਟ ਵੀ ਵਿਲ ਡਿਸਕਸ, ਅਸੀਂ ਕਾਫੀ ਦੇਰ ਤੋਂ ਫਾਲੋ ਅਪ ਕਰ ਰਹੇ ਹਾਂ, ਉਹ ਪੁਆਇੰਟ ਆਪਾਂ ਡਿਸਕਸ ਕਰ ਸਕਦੇ ਹਾਂ। ਚਲੋ ਮਤਲਬ ਰਣ ਸਾਹਿਬ ਤੁਸੀਂ ਦੱਸੋ ਜੀ। ਤੂੰ ਕਿਹਾ ਨਾ ਕਿ ਜ਼ਮੀਨ ਦੇ ਦੋ ਲੱਭ ਕੇ, ਮੈਂ ਕਿਹਾ ਉਹਦਾ ਨਾ ਨੋਰਮਲ ਤੇਲ ਹੋਗਾ, ਨਾ ਰਾਧਾ ਨਾਚੇਗੀ। ਮੈਂ ਕਿਹਾ ਜੱਟਾਂ ਨੇ ਟਾਂਗ ਲਾ ਕੇ ਖੜੇ ਹੋਣਾ ਸਰ। ਇਹ ਲਿਮਟ ਜਿਹੜੀ 50,000 ਲੀਟਰ ਹੋ ਜਵੇ ਤਾਂ ਮੇਰਾ ਖਿਆਲ ਆ ਕਾਫੀ ਬੰਦੇ ਨਾ ਇਹਦਾ ਕਾਫੀ ਨਿਕਲ ਜਾਣਗੇ। ਬਿਲਕੁਲ ਸਹੀ, ਇੰਡਸਟਰੀ ਨਿਕਲ ਜਾਏਗੀ। ਬਿਲਕੁਲ ਠੀਕ ਕਹਿ ਰਹੇ ਹੋ। ਇਹ ਕਹਿੰਦੇ ਹਾਰਵੈਸਟਿੰਗ ਕਰੋ ਪਿੰਡਾਂ 'ਚ, ਜੱਟ ਡਾਂਗਾ ਲਾ ਕੇ ਖੜੇ ਹੋ ਜਾਂਦੇ ਨਹੀਂ, ਪਿੰਡ ਦੀ ਜ਼ਮੀਨ ਨੂੰ ਹੱਥ ਲਾਓ ਤੇ। ਨਹੀਂ, ਚਲੋ ਇੱਕ ਗੱਲ ਸਮਝੋ ਵੀ ਇਹ ਨਾ ਦਿਸ ਇਜ਼ ਵੈਰੀ ਸੀਰੀਅਸ ਇਸ਼ੂ। ਹਾਂਜੀ, ਅੱਜ ਆਪਾਂ ਨੂੰ ਸੀਰੀਅਸਨੈਸ ਨਹੀਂ ਪਤਾ, ਜਦੋਂ ਸਰਕਾਰ ਕਾਗਜ਼ ਬਣਾ ਕੇ ਇੰਪਲੀਮੈਂਟ ਕਰ ਦੇਗੀ ਨਾ, ਫਿਰ ਸਾਨੂੰ ਇਹ ਫੀਲ ਹੋਏਗਾ ਵੀ ਅਸੀਂ ਸ਼ਾਇਦ ਟਾਈਮਲੀ ਐਕਸ਼ਨ ਨਹੀਂ ਹੋਇਆ। ਤੇ ਅੱਜ ਦੇ ਪ੍ਰੋਗਰਾਮ ਆਪਾਂ ਗੱਲ ਕਰ ਲੈਂਦੇ ਹਾਂ ਵਾਟ ਐਕਸ਼ਨ। ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਪਲੀਜ਼ ਮਿਊਟ ਕਰ ਲੈਣ ਆਪਣੇ ਆਪ ਨੂੰ, ਤੇ ਜੋ ਵੀ ਐਕਸ਼ਨ ਆਪਾਂ ਇੱਕ ਦਿਨ ਦੁਬਾਰਾ ਮੀਟਿੰਗ ਕਰਕੇ ਐਕਸ਼ਨ ਡਿਸਾਈਡ ਕਰ ਲਈਏ। ਬਿਕੋਜ਼ ਮੈਨੂੰ ਰਜਤ ਜੀ ਨੇ ਦੱਸਿਆ ਜਾਂ ਹੋਰ ਦੋਸਤ ਰਜਤ ਸੂਦ ਜੀ ਹੈਗੇ ਇੱਥੇ ਨਾਲ ਸਾਡੇ ਹੋਰ ਜਿਹਨੇ ਨੇ ਮੀਟਿੰਗ। ਹਾਂਜੀ ਹਾਂਜੀ ਬਾਬਾ ਜੀ, ਗੁੱਡ ਈਵਨਿੰਗ। ਤੇ ਇਹ ਬੜਾ ਸੀਰੀਅਸ ਇਸ਼ੂ ਹੈ, ਅੱਜ ਆਪਾਂ ਇਹਨਾਂ ਦੀ ਗੱਲ ਸੁਣ ਲਓ ਕਿਉਂਕਿ ਉਹਨਾਂ ਨੇ ਵੀ ਇਹੀ ਕਹਿਣਾ ਵੀ ਐਨਜੀਟੀ ਦੀਆਂ ਗਾਈਡਲਾਈਨਸ ਬੜੀਆਂ ਸਟ੍ਰਿੰਜੈਂਟ ਹੈ ਐਂਡ ਹਾਊ ਵੀ ਹੈਵ ਟੂ ਟੈਕਲ ਦੈਟ। ਇਹ ਬੜਾ ਆਪਾਂ ਨੂੰ ਤਰੀਕੇ ਨਾਲ ਕੰਮ ਕਰਨਾ ਪੈਣਾ। ਜੇ ਆਪਾਂ ਗੱਲਾਂ ਮਾਰ ਕੇ ਛੱਡ ਦਿੱਤਾ ਜਿੱਦਣ ਉਹ ਫਰਮਾਨ ਆ ਗਿਆ then we will be in trouble. I think we have 2-3 minutes ਤੇ ਕੋਈ ਦੋਸਤ ਦੇ ਆਪਣੇ ਕੋਈ ਵਿਚਾਰ ਹੈ ਤਾਂ ਦੱਸੋ ਫਟਾਫਟ। ਭਵਰਾ ਸਾਹਿਬ ਗੁੱਡ ਈਵਨਿੰਗ, ਅਨਿਲ ਕੁਮਾਰ ਜੀ ਗੁੱਡ ਈਵਨਿੰਗ, ਵਿਸ਼ਾਲ ਜੈਨ ਜੀ, ਚਰਨਜੀਤ ਜੀ ਟੈਕਸਟਾਈਲ ਤੋਂ, ਦਰਸ਼ਨ ਜੀ, ਸਾਰਿਆਂ ਦਾ ਵੈਲਕਮ ਕਰਨਾ। ਮੈਂ ਇੱਕੋ ਗੱਲ ਕਹਿਣੀ ਆ, ਇੱਕ ਸਿਰਫ 50,000 ਤੇ ਰਹੋ, ਇੱਕ ਵਾਟਰ ਹਾਰਵੈਸਟਿੰਗ ਦਾ ਸਾਨੂੰ ਅਲਾਓ ਕਰੋ। ਨਹੀਂ ਹੈ ਪਿੰਡਾਂ 'ਚ ਕਿਸੇ ਨੇ ਜ਼ਮੀਨ ਨਹੀਂ ਦੇਣੀ, ਕਿਸੇ ਨੇ ਆਪਣਾ ਤਲਾਅ ਨਹੀਂ ਦੇਣੇ। ਤਲਾਅ ਤਾਂ ਤੁਸੀਂ ਇੱਥੇ ਕੰਗਾਰੂ ਨੇ ਮੇਰੇ ਖਿਆਲ 25-30 ਤਲਾਅ ਲੁਧਿਆਣੇ ਕੀਤੇ, ਤੁਸੀਂ ਕਰ ਲਓ, ਕੋਈ ਨਾ ਨਹੀਂ ਕਰਦਾ ਤਲਾਅ ਤਾਂ। ਨਹੀਂ ਸਰ, ਇੱਥੇ ਪਤਾ ਕੀਤਾ ਸੀ ਉਹ ਕਦੇ ਦੀ ਭੁੱਲ ਜਾਓ ਤੁਸੀਂ। ਨਹੀਂ ਜਿਹੜੇ ਨਹੀਂ ਇੱਕ ਮਿੰਟ, ਅਜੇ ਏਦਾਂ ਨਹੀਂ ਇਹ ਕਰਦੇ ਆਪਣਾ
ਤੁਸੀਂ ਜੇ ਪੌਂਡ ਲੈਣਾ ਤਾਂ ਪੌਂਡ ਮਿਲ ਸਕਦਾ, ਚਲੋ ਦੈਟ ਇਜ਼ ਸੈਕੰਡਰੀ ਥਿੰਗ, ਪਤਾ ਨਹੀਂ ਪੌਂਡ ਦੇ ਲੈ ਕੇ ਵੀ ਜਾਨ ਛੁੱਟਦੀ ਕਿ ਨਹੀਂ ਛੁੱਟਦੀ, ਇਹ ਤਾਂ ਦੂਰ ਦੀ ਗੱਲ ਹੈ। ਆਪਾਂ ਇਸ ਪਾਸੇ ਤੁਰੀਏ ਹੀ ਨਾ। ਸਮਝ ਲਈਏ। ਮੇਰੀ ਬੇਨਤੀ ਇਸ ਪਾਸੇ ਤੁਰੀਏ ਹੀ ਨਾ, 50,000 ਦਾ ਟਿਕਟ। ਦੇਖੋ ਮੇਰੇ ਵੱਲੋਂ ਹੋਏ ਨਾ ਸਾਰੀਆਂ ਚੀਜ਼ਾਂ ਤੋਂ ਛੋਟ ਮਿਲ ਜਾਏ, ਪਰ ਤੁਹਾਨੂੰ ਵੀ ਪਤਾ, ਤੁਹਾਨੂੰ ਮੇਰੇ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਬਈ ਇਹ ਮਿਲ ਸਕਦੀ ਹੈ ਆਇਆ ਕਿ ਮੈਂ ਤਾਂ ਕੁਝ ਵੀ ਨਾ ਹੋਵੇ, ਇੰਡਸਟਰੀ ਵਾਲੇ ਨੂੰ ਇੱਕ ਵੀ ਮਹਿਕਮਾ ਨਾ ਲੱਗੇ, that will be the best thing, ਪਰ practically is it possible? ਰਾਜਾ ਜੀ ਤੁਸੀਂ ਇੱਕ ਮਿੰਟ ਕੁਝ ਕਹਿਣਾ ਚਾਹੋਗੇ? ਮੇਰੇ ਖਿਆਲ ਆਗੇ ਗੁੱਡ ਇਵਨਿੰਗ ਸਰ, we have with us Karan Avtar ji, and we will be starting in another 1 or 2 minutes. करण सर गुड इवनिंग, क्या हाल है सर? बहुत अच्छे से, वेरी गुड टू सी यू। थैंक यू सर, थैंक यू। आगे उपकार जी। हाँ जी, हाँ जी, I think we should listen to the department, and then we will, you can say, after that we have 40 minutes, we will share our thoughts and what we want, how we can do, क्योंकि ਕਰਨ ਅਵਤਾਰ ਸਿੰਘ ਜੀ ਦੇ ਹੁੰਦੇ ਆ ਸਾਨੂੰ ਇਹ ਲੱਗਦਾ ਵੀ ਬੜਾ ਸਾਨੂੰ ਬੜੀ ਰਿਲੀਫ ਮਿਲਦੀ ਹੈ ਤੁਹਾਡੇ ਨਾਮ ਨਾਲ ਹੀ ਸਰ, ਜੇ ਤੁਸੀਂ ਆ ਗਏ ਤਾਂ ਕੰਮ ਹੋ ਜਾਏਗਾ, ਕਿਉਂਕਿ ਸਾਡਾ ਪੁਰਾਣਾ ਐਕਸਪੀਰੀਅੰਸ ਬੜਾ ਅੱਛਾ ਰਿਹਾ। Let me first introduce my two colleague members of the Punjab Water Regulation Authority. They have joined us. So Mr. Sushil Gupta, I just saw him on the screen there he is. And Dr. Surinder Pukar. So we are the three people in the Punjab Water Regulation Authority. And troubled you today is we would like to hear your comments on the water situation in the state and how you feel we should proceed in terms of the groundwater. So, आज focus अपन groundwater पे रखिए, जेडे units ने groundwater extraction ली, permission ली, पहला apply किया CGWA नो, कईयां दे केस पेंडिंग पे ने, हुन CGWA ने सानू क्या है, सानू चिट्ठी लिखी है कि क्योंकि पंजाब ने अपनी वाटर अथॉरिटी बना ली है, सो हुन तो पंजाब वाटर अथॉरिटी इन्हां केसां बारे फैसला करे। साडा नवा कानून बनया है, दिस इज द पंजाब वाटर रेगुलेशन मैनेजमेंट एक्ट ऑफ 2020। उस कानून पर साडी वाटर अथॉरिटी जे ग्राउंड वाटर बारे कोई रेगुलेशन बनाना चाहती है, ਅਸੀਂ ਡਰਾਫਟ ਸਰਕਾਰ ਨੂੰ ਭੇਜਾਂਗੇ ਤੇ ਪੰਜਾਬ ਸਰਕਾਰ ਵੱਲੋਂ ਜਦੋਂ ਗਾਈਡਲਾਈਨ ਫॉर ਗਰਾਊਂਡ ਵਾਟਰ ਉਹ ਫਿਰ ਉਸ ਤਰ੍ਹਾਂ ਲਾਗੂ ਹੋਣਗੇ। So we are still at the first, we are having consultations with all of you, with other stakeholders, and then we will draft groundwater guidelines. We will publicize the affair with you. We will of course send it to government for government's approval. So it will take some time. It may take a month or two. The system is in. So this is the time for us to understand what your problems are and what comments you have. मैं सारे जाना चाहूँगा कि NGT वालों एक ऑर्डर हुआ है, सारे इंडिया ते लागू है। उन्होंने CGWA ਨੂੰ ਖਾਸ ਤੌਰ ਤੇ ਹਦਾਇਤਾਂ ਕੀਤੀਆਂ ਨੇ ਉਸ ਆਰਡਰ 'ਚ। ਉਹ ਆਰਡਰ ਮੈਂ ਈਮੇਲ ਤੇ ਸ਼ੇਅਰ ਵੀ ਕਰ ਲੂੰਗਾ, ਉਪਕਾਰ ਸਿੰਘ ਜੀ ਨਾਲ ਤੁਹਾਨੂੰ ਭੇਜ ਦੇਣਗੇ, ਤੁਸੀਂ ਜ਼ਰੂਰ ਪੜ੍ਹ ਲਓ। ਖਾਸ ਕਰ NGT ਦੇ ਆਰਡਰ ਦੇ ਪੈਰਾ 26 ਤੋਂ ਲੈ ਕੇ 31 ਤੱਕ ਜਿਹੜੇ ਆਖਰੀ ਪੈਰੇ ਨੇ ਉਹ ਜ਼ਰੂਰ ਪੜ੍ਹੋ। ਉਹਦੇ 'ਚ ਉਹਨਾਂ ਨੇ ਕੁਝ ਹਦਾਇਤਾਂ ਕੀਤੀਆਂ ਨੇ ਸੈਂਟਰ ਗਵਰਨਮੈਂਟ ਨੂੰ ਤੇ ਉਹ ਸਾਰੇ ਸਟੇਟ ਤੇ ਵੀ ਲਾਗੂ ਕੀਤੀਆਂ। ਉਹਨਾਂ ਨੇ ਬੇਸਿਕਲੀ ਇਹ ਕਿਹਾ ਹੈ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਜਾਂ ਸਟੇਟਸ ਵਿੱਚ ਗਰਾਊਂਡ ਵਾਟਰ ਘਟ ਰਿਹਾ ਹੈ, ਉੱਥੇ ਜਦੋਂ ਪਰਮਿਸ਼ਨ ਦਿੱਤੀ ਜਾਂਦੀ ਕਿਸੇ ਨੂੰ ਬੋਰਵੈਲ ਤੋਂ ਪਾਣੀ ਕੱਢਣ ਦੀ, ਉਹਦੇ ਨਾਲ ਉਸ ਯੂਨਿਟ ਨੂੰ ਗਰਾਊਂਡ ਵਾਟਰ ਨੂੰ ਕੰਜ਼ਰਵ ਕਰਨ ਲਈ, ਗਰਾਊਂਡ ਵਾਟਰ ਬਚਾਉਣ ਲਈ ਕੋਈ ਜ਼ਰੂਰ ਲੈਣੀ ਪੈਣੀ। ਸੋ ਉਹਨਾਂ ਨੇ ਜਿਹੜਾ CGWA ਨੇ ਕਿਹਾ ਸੀ ਕਿ ਹਰੇਕ ਯੂਨਿਟ ਆਪਣੇ ਪ੍ਰੈਮਿਸ ਹਾਰਵੈਸਟਿੰਗ करे। NGT ने क्या है कि ये काफी नहीं है, इट इज नॉट सफिशिएंट, इस तो अलावा भी कुछ रहेगा।
ਉਹਦੇ ਬਾਰੇ ਸਾਡੇ ਕੋਲ ਵੀ ਸਜੈਸ਼ਨਸ ਆਈਆਂ ਨੇ। ਅਸੀਂ ਵੀ ਸੋਚਿਆ ਹੈ ਕਿ ਜਿਹੜੇ ਵੀ ਯੂਨਿਟ ਵੱਲੋਂ ਪਾਣੀ ਕੱਢਿਆ ਜਾਂਦਾ ਹੈ ਗਰਾਊਂਡ ਤੋਂ, ਉਹਨਾਂ ਵੱਲੋਂ ਜੇ ਆਪਣੇ ਪ੍ਰੈਮਿਸਿਸ 'ਚ ਪ੍ਰਯਾਪਤ ਮਾਤਰਾ 'ਚ ਰੇਨ ਵਾਟਰ ਹਾਰਵੈਸਟਿੰਗ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰੈਮਿਸਿਸ ਵੀ ਛੋਟੇ ਹੋ ਸਕਦੇ, ਤੇ ਫਿਰ ਬਾਹਰ ਕਿਤੇ ਜੇ ਪਾਣੀ ਦੀ ਬਚਤ ਕਰਨੀ ਹੈ ਉਹਦੇ ਦੋ ਤਿੰਨ ਤਰੀਕੇ ਨੇ। ਇੱਕ ਤਾਂ ਇਹ ਹੈ ਕਿ ਕਿਸੇ ਪਿੰਡ ਦੇ ਟੋਬੇ ਨੂੰ ਰੀਜੂਵੀਨੇਟ ਕਰਕੇ ਉਹਨੂੰ ਠੀਕ ਕੀਤਾ ਜਾਏ ਤੇ ਉਹ ਪਾਣੀ ਫਿਰ ਸਾਫ਼ ਹੋ ਕੇ ਅੱਗੇ ਇਰੀਗੇਸ਼ਨ ਲਈ ਵਰਤ ਲਿਆ ਜਾਵੇ। ਇਸੇ ਤਰ੍ਹਾਂ ਜੇ ਕੋਈ ਕਿਸਾਨ ਝੋਨਾ ਉਗਾ ਰਿਹਾ ਹੈ, ਚਾਵਲ ਉਗਾ ਰਿਹਾ ਹੈ, ਉਹਨੂੰ ਜੇ ਕੰਪਨਸੇਸ਼ਨ ਕੁਝ ਦਿੱਤੀ ਜਾਵੇ ਤੇ ਉਹ ਦੂਜੀ ਕੋਈ ਫਸਲ ਲਾ ਲਵੇ, ਮੱਕੀ ਲਾ ਲਵੇ, ਉਹਦੇ ਨਾਲ ਕਾਫੀ ਪਾਣੀ। ਤੀਜਾ ਇਹ ਕਿ ਜਿਹੜੇ ਕਿਸਾਨ ਝੋਨਾ ਲਾਉਂਦੇ ਨੇ ਉਹ ਜ਼ਾਇਆ ਕਰ ਵੇਸਟ ਕਰਦੇ ਆ, ਉਹਨਾਂ ਨੂੰ ਟੈਕਨੋਲੋਜੀ ਦੇ ਕੇ, ਇਕਵਿਪਮੈਂਟ ਦੇ ਕੇ, ਵਾਟਰ ਮੀਟਰ ਵਗੈਰਾ, ਉਹ ਪਾਣੀ ਬਚਾਉਣ, ਉਹਦਾ ਖਰਚਾ ਤੁਸੀਂ ਬੇਅਰ ਕਰੋ ਤੇ ਉਹ ਜਿਹੜਾ ਬਚੇਗਾ ਪਾਣੀ ਉਹਦਾ ਕ੍ਰੈਡਿਟ ਤੁਹਾਨੂੰ ਮਿਲੇਗਾ। ਸੋ ਇਹ ਕਈ ਤਰੀਕੇ ਹੋ ਸਕਦੇ ਨੇ ਕਿ ਪਾਣੀ ਤੁਸੀਂ ਆਪਣੇ ਪ੍ਰੈਮਿਸਿਸ ਤੋਂ ਬਾਹਰ ਬਚਾ ਸਕਦੇ ਹੋ। ਉਹਦੇ ਲਈ ਤੁਹਾਨੂੰ ਕੱਲਿਆਂ ਨੂੰ ਇਹ ਸਾਰਾ ਕੰਮ ਕਰਨਾ ਬੜਾ ਮੁਸ਼ਕਿਲ ਹੈ। ਤੁਹਾਡਾ ਫੋਕਸ ਤਾਂ ਆਪਣੇ ਬਿਜ਼ਨਸ ਤੇ ਹੁੰਦਾ ਹੈ, ਇੰਡਸਟਰੀ ਤੇ ਹੁੰਦਾ ਹੈ। ਇਹਦੇ ਲਈ ਐਗਰੀਕਲਚਰ ਮਹਿਕਮਾ ਜਾਂ ਕਿਹੜਾ ਮਹਿਕਮਾ ਇਸ ਕੰਮ ਨੇਪਰੇ ਚਾੜੇਗਾ, ਇਹ ਵੀ ਸਾਨੂੰ ਸੋਚਣਾ ਪਏਗਾ। ਸੋ ਇਹ ਸਜੈਸ਼ਨਸ ਇਮਰਜ ਹੋ ਰਹੀਆਂ ਨੇ ਜਿਹੜਾ 20 ਜੁਲਾਈ ਨਾਲ। ਸੋ ਇਸ ਤਰ੍ਹਾਂ ਦਾ ਕੋਈ ਸਾਨੂੰ ਸੋਲੂਸ਼ਨ ਕਰਨਾ ਪਏਗਾ। ਸੋ ਇਹਨਾਂ ਰਿਮਾਰਕਸ ਨਾਲ ਮੈਂ ਪ੍ਰਧਾਨ ਜੀ ਨੂੰ ਕਹਾਂਗਾ ਕਿ ਉਹ ਅੱਗੇ ਗੱਲ ਵਧਾਉਣ। ਤੇ ਅਖੀਰ 'ਚ ਆਫਟਰ ਲਿਸਨਿੰਗ ਟੂ ਆਲ ਯੋਰ ਕਮੈਂਟਸ ਆਈ ਵਿਲ ਰਿਕੁਐਸਟ ਦੀ ਮੈਂਬਰਸ ਆਈ ਵਿਲ ਟ੍ਰਾਈ ਟੂ ਆਨਸਰ ਦੀ ਕਮੈਂਟਸ दैट। थैंक यू। हाँ जी जैसा मैं बोलना ਪਹਿਲਾਂ ਆਪਾਂ ਪ੍ਰੈਜੈਂਟੇਸ਼ਨ ਦੇਖਾਂਗੇ। ਪ੍ਰੋਗਰਾਮ ਇਦਾਂ ਡਿਸਾਈਡ ਹੋਇਆ, ਪਹਿਲਾਂ ਆਪਾਂ ਇਹਨਾਂ ਦੀ ਪ੍ਰੈਜੈਂਟੇਸ਼ਨ ਦੇਖਾਂਗੇ, ਉਸ ਤੋਂ ਬਾਅਦ ਵੀ ਹੈ 40 ਮਿੰਟਸ। ਜਿਹੜਾ ਵੀ ਕੋਈ ਆਪਣਾ ਵਿਚਾਰ ਰੱਖਣਾ ਚਾਹੁੰਦਾ ਉਹ ਚੈਟ ਬਾਕਸ ਵਿੱਚ ਮੈਸੇਜ ਪਾ ਦੇ। ਆਪਣੇ ਕੋਲ ਕਾਫੀ ਟਾਈਮ ਹੈ, ਸਭ ਨੂੰ ਮੌਕਾ ਮਿਲੇਗਾ। ਪਹਿਲਾਂ ਜੋ ਇਹਨਾਂ ਦੀ ਪ੍ਰਪੋਜ਼ਲ ਹੈ ਸੁਣ ਲਈ। ਬਸ ਇੰਨੀ ਕੀ ਮੈਂ ਤਾਂ ਮੁਕਤਸਰ ਹੀ ਗੱਲ ਕਰਨੀ ਸੀ 5 ਮਿੰਟ। ਠੀਕ ਹੈ ਸਰ। So we would just like to hear your views on what kind of कि water the conservation जो units वालों करते हैं वो बेस authority या सरकार। So या तो अनु की problems आईयां सी CGWA तो permission लैंड ਵਿੱਚ ਕੀ ਮੁਸ਼ਕਲਾਤ ਆਈਆਂ ਨੇ ਉਹਨੂੰ ਕਿਵੇਂ ਅਸੀਂ ਹੱਲ ਕਰ ਸਕਦੇ ਹਾਂ, ਇਹ ਅਸੀਂ ਤੁਹਾਨੂੰ ਸੁਣਨਾ ਚਾਹਾਂਗੇ। ਪਹਿਲਾਂ ਓਪਨ ਸੈਸ਼ਨ ਕਰ ਲਈਏ ਜਾਂ ਪਹਿਲਾਂ ਪ੍ਰੈਜੈਂਟੇਸ਼ਨ? ਤੁਸੀਂ ਓਪਨ ਸੈਸ਼ਨ ਕਰ ਲਓ। ਹਾਂਜੀ ਸਰ। ਹਾਂਜੀ ਤਰੁਣ ਬਾਜਵਾ ਜੀ, ਮੈਂ ਬੇਨਤੀ ਕਰਾਂਗਾ ਜਿਸਨੇ ਵੀ ਬੋਲਣਾ ਚੈਟ ਬਾਕਸ ਵਿੱਚ ਮੈਸੇਜ ਪਾ ਦੇ ਤਾਂ ਕਿ ਸਾਰਿਆਂ ਦੀ ਗੱਲ ਪ੍ਰੋਪਰ ਸੁਣੀ ਜਾਏ। ਵੀ ਹੈਵ ਟਾਈਮ ਤੇ ਆਪਾਂ ਆਰਾਮ ਨਾਲ ਆਪਣੀ ਗੱਲ ਕਰੀਏ। ਹਾਂਜੀ, ਐਨੀ ਸਪੀਕਰ ਫਰਮ ਦਾ ਇੰਡਸਟਰੀ? ਅਸ਼ਵਨੀ ਕੁਮਾਰ ਜੀ, ਯੂ ਕੈਨ ਸਪੀਕ। यस सर, ਅਸੀਂ ਜਲੰਧਰ ਸਭ ਤੋਂ ਪਹਿਲੇ ਜਲੰਧਰ ਤੋਂ ਫਾਰਮ ਭਰ ਕੇ ਭੇਜੇ ਸੀ ਸਾਰੇ ਇੰਡਸਟਰੀ ਨੂੰ ਰਲਾ ਕੇ। ਤੇ ਫਸਟ ਅਟੈਂਪਟ ਦੇ ਵਿੱਚ ਦ ਫਾਰਮ ਵਾਸ ਸੋ ਕੰਪਲਿਕੇਟਿਡ, ਉਹ ਸਾਡਾ ਵਾਪਸ ਆ ਗਿਆ ਸੀਗਾ। ਅਗੇਨ ਵੀ ਸੈਂਟ ਦਿਸ ਫਾਰਮ ਬੈਕ giving the total information whatever we could do, ਪਰ ਉਸ ਤੋਂ ਬਾਅਦ ਅਗੇਨ ਉਹ ਸਾਰੀਆਂ ਰਿਜੈਕਟ ਹੋ ਕੇ ਵਾਪਸ ਆ ਗਈਆਂ ਸੀ। ਸਰ ਪਹਿਲੀ ਗੱਲ ਤਾਂ ਇਹ ਜੀ ਕਿ ਜਿਹੜੀ ਕੰਪਲਾਇੰਸ ਹੈ ਉਹਦੇ 'ਚ ਮੇਰੇ ਖਿਆਲ ਨਹੀਂ ਕਿ ਇੱਥੋਂ ਇੰਡਸਟਰੀ ਪੂਰੀ ਕਰ ਸਕਦੀ ਹੈ। ਨੰਬਰ 2, ਅਸੀਂ ਪਾਣੀ ਨੂੰ ਕਿੱਦਾਂ ਕੈਲਕੂਲੇਟ ਕਰਾਂਗੇ ਕਿ ਜੀ ਕਿੰਨੇ ਇੰਚ ਪਾਣੀ ਗਿਰਿਆ ਜਾਂ ਕਿਸ ਤਰ੍ਹਾਂ, ਉਹਦਾ ਕੋਈ ਸਾਨੂੰ ਪਤਾ ਨਹੀਂ ਹੈ ਕਿੱਦਾਂ ਪਾਣੀ ਅਸੀਂ ਵਾਪਸ ਦੇਣਾ ਹੈਗਾ। ਨੰਬਰ 3 ਜਿਹੜਾ ਮੇਨ ਇਸ਼ੂ ਹੈ ਸਰ, ਅਸੀਂ ਇੰਡਸਟਰੀ ਦੇ ਵਿੱਚ ਚਲੋ ਵੱਡੀ ਇੰਡਸਟਰੀ ਜਿਹਨਾਂ ਕੋਲ ਜਗ੍ਹਾ ਹੈਗੀ ਉਹ ਤਾਂ ਵਾਟਰ ਹਾਰਵੈਸਟਿੰਗ ਕਰ ਲਏਗੀ। ਹਾਊ ਅਬਾਊਟ ਦ ਸਮਾਲ ਮਾਈਕਰੋ ਇੰਡਸਟਰੀ ਜਿਹਦਾ ਪਾਣੀ ਜਿਹਨਾਂ ਦਾ 5000 6000 ਲੀਟਰ ਲੱਗਦਾ ਹੈ ਤੇ ਜਾਂ 10000 ਲੀਟਰ ਜਾਂ 20000 ਲੀਟਰ ਵਾਲੇ, ਕੋਈ ਕਰੈਕਟੀਰੀਆ ਇਹਦਾ ਸਾਨੂੰ ਵੈਰੀ ਓਨੈਸਟਲੀ ਕੋਈ ਸਮਝ ਨਹੀਂ ਲੱਗਦੀ। ਮੈਂ ਤੇ ਬੇਨਤੀ ਕਰੂੰਗਾ ਸਾਰੀ ਇੰਡਸਟਰੀ ਵੱਲੋਂ, ਸਰ ਪਹਿਲੀ ਗੱਲ 50000 ਲੀਟਰ ਤੱਕ ਐਗਜ਼ੈਂਪਟ ਕਰਵਾ ਦਿਓ ਇਹਨੂੰ, ਸੋ ਦੈਟ ਕਾਫੀ ਸਾਰੇ ਉਹਦੇ ਚੋਂ ਇੰਡਸਟਰੀਜ਼ ਨਿਕਲ ਜਾਣਗੇ। ਜਿਹੜੀ ਮੇਨ ਕੰਜ਼ੰਪਸ਼ਨ ਹੈ ਕੋਈ ਉਹਦੇ ਚ ਐਸਿਡਿਕ ਨਹੀਂ ਹੈ, ਕੁਛ ਨਹੀਂ ਹੈ। ਜਿੰਨਾ ਐਸਿਡਿਕ ਪਾਣੀ ਹੈ ਉਹ ਇੰਡਸਟਰੀ CTPs ਨੂੰ ਚੁਕਾ ਰਹੀ ਹੈ ਜਾਂ ਕਈ ਜਗ੍ਹਾ ਆਪਣੇ CTPs ਲੱਗ ਰਹੇ ਨੇ।
ਇੰਡਸਟਰੀ ਕਿਸੇ ਵੀ ਹਾਲਤ ਵਿੱਚ कभी भी कोई गंदा पानी सुटना नहीं चाहेगी, ना ही पानी वेस्ट करना चाहेगी। सर हर हालत वी आर ट्राइंग कि किस पानी कितना भी बचाया जाए, नवे नवे इक्विपमेंट्स लगा के वो सर साढ़े वास्ते ही बेनिफिटेड है। तो असी जरूर बेनती करांगे या तो फार्म सिंपलीफाई कर दो, एक 50,000 लीटर तक सानू अलाउ करा दो, या जड़ी फैक्ट्रियां वाटर हार्वेस्टिंग करना चाहती ने सर पोल्यूशन डिपार्टमेंट नहीं करन दिंदा, वो परमिशन नहीं देंगे सर। तो इस गल नाल मैं दूजे स्पीकर भी सुन के अपना विचार इत्थे खत्म करना। ਮਿਸਟਰ ਤਰੁਣ ਬਾਵਾ ਜੈਨ ਨੂੰ ਉਹ ਡਾਈਂਗ ਇੰਡਸਟਰੀ ਨੂੰ ਬਿਲੋਂਗ ਕਰਦੇ ਔਰ ਇੱਕ ਸੀਟੀਪੀ ਲਗਾ ਰਹੇ ਹੈ ਕਲਸਟਰ ਦੇ ਵਿੱਚ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਇਹ ਆਪਣੇ ਇਸ਼ੂਜ਼ शेयर कर सकते हैं। सर एक बेनती उपकार जी को करण सर, मैं एक रिक्वेस्ट जरूर करूंगा कि सिटी वाइज तुसी रिप्रेजेंटेशंस या मेंबर्स बना दो ताकि ਅਸੀਂ ਆਪਣੀ ਗੱਲ ਤੁਹਾਡੇ ਕੋਲ ਰੱਖ ਸਕੀਏ ਟਾਈਮ ਟੂ ਟਾਈਮ। आई नो वी कैन ऑलवेज अप्रोच, बट जब ਤੁਸੀਂ ਜੁਆਇੰਟਲੀ ਇਹਨੂੰ ਕਰ ਲੋਗੇ ਤਾਂ ਬੈਟਰ ਰਹੇਗਾ। ਇਹ ਮੇਰੀ ਸੁਜੈਸ਼ਨ ਹੈ ਸਰ। ਤਰੁਣ ਬਾਵਾ जैन जी प्लीज स्पीक। हाँ जी मैं बोला जी। हाँ जी हाँ जी। मेरा जी एसोसिएशन का मैं प्रेसिडेंट हैगा जी। हेलो, आई थिंक इन्हों का नेटवर्क तरੁਣ ਬਾਵਾ जी का ठीक नहीं है ते कोई दूसरा दोस्त बोलना चाहे पर ਇਹਦੇ ਵਿੱਚ ਜਿਹੜਾ 50,000 ਲੀਟਰ तक पानी है ना छोटी इंडस्ट्री ਇਹਦੇ काफी इंडस्ट्री 50,000 ਲੀਟਰ तक, क्योंकि पहला गुजरात भी जो लॉ सी तो 50,000 तक उन्होंने एग्जाम्प्ट किया या 50,000 तक बिल्कुल सिंपलीफाई जो लॉ आ जाए तो काफी एमएसएमई ਇਹਦੇ ਚੋਂ ਬਾਹਰ निकल जाएगी। हाँ जी प्लीज स्पीक। करण जी नमस्कार सर। मेरी ਜਿਹੜੇ यूनिट प्रोसैसिंग विच पानी नहीं यूज करते, सिर्फ डोमेस्टिक यूज ਲਈ यूज करते हैं, they should not be asked to get NOC from the board, क्योंकि ਉਹਨਾਂ ਦੀ माइनर जी रिक्वायरमेंट है और म्यूनिसिपल कमेटी उत्थे पानी नहीं दे रही। there is no other alternative. If we are not using the water from we should get it just for domestic use only. Mr. PK Sharma ji, you want to speak? Good evening to all. Good evening to all. I want to say it's really a good matter कि आप सब लोगों ने इकट्ठे होकर ये एक इनिशिएट किया है प्रोसेस। मेरी सबमिशन डिपार्टमेंट से और सभी इंडस्ट्री से ये है कि सब लोग आपस में मिलकर सबसे पहले तो ट्रांसपेरेंट वे में वाटर की मॉनिटरिंग शुरू करवा सकते हैं अपने यहाँ पे अपने एंड पे कि हम लोग वाटर एक्चुअली कंज्यूम कितना कर रहे हैं, और फिर डिपार्टमेंट जो है वो कम से कम इंडस्ट्री एसोसिएशन के थ्रू मिलके और ये एक अवेयरनेस लेके आए कि वाटर कंजर्वेशन कर कैसे सकते हैं, व्हाट आर द वेरियस मीन्स। क्योंकि अगर हमने ट्रेनिंग के थ्रू लोगों को ये अवेयर करना ही शुरू कर दिया इन ए जेन्युइन वे, नॉट जस्ट सुपरफिशियली कि भाई ये चलो ये काम करना है, तो सब लोग अगर मिलके बात करें। अभी सर कह रहे थे कि उसमें कुछ 50,000 की लिमिट दे दो, ये दे दो, तो लिमिट तो सब ठीक है सर, बट उसके साथ साथ में हमें ये भी देखना है कि हम क्या कर सकते हैं। कि हमें वाटर कंजर्वेशन ये किसी की जरूरत नहीं है। तो मेरी सबमिशन पैनल से ये है कि हम लोग जैसे शीशु बाकी फील्ड में बहुत अच्छा काम कर रहा है, तो इस वाटर हार्वेस्टिंग और वाटर कंजर्वेशन की फील्ड में भी हम लोग ट्रेनिंग्स इंडस्ट्रीज में शुरू करके और मॉनिटरिंग और ट्रेनिंग लोगों को शुरू करें, तो हमें शायद अच्छे रिजल्ट मिलेंगे और हम कंप्लायंसेस भी बेटर वे में कर पाएंगे। ठीक है सर, मैं रिक्वेस्ट करूंगा मिस्टर रजत सूद को। डाइंग में ये काफी एक्टिव है और वाटर कंजर्वेशन पे इन्होंने काफी काम किया है। मैं रजत सूद जी को बेनती करांगा डाइंग के रिलेटेड जिन्ने भी पॉइंट है तुम टेक अप कर लो ताकि डाइंग एक ज्यादा वाटर कंजर्वेशन डाइंग कर दी। रजत सूद जी सर, जिस वेले ग्राउंड वाटर अथॉरिटी ने उदों ये मैटर टेक अप कर रहे हैं, कुछ ਜਿਹੜੀਆਂ
ਉਹਦੇ ਵਿੱਚ ਬਹੁਤ ਗਲਤ ਬਣਾਏ ਹੋਏ ਆ, ਮਤਲਬ ਜਿਹੜੇ ਕਿ ਇੰਡਸਟਰੀ ਨੂੰ ਸੂਟ ਨਹੀਂ ਕਰਦੇ ਔਰ ਇੰਡਸਟਰੀ ਕਰਕੇ ਬੰਦ ਹੋਣ ਦੀ ਨੌਬਤ ਤੇ ਆ ਜਾਏਗੀ। ਇਹਦੇ ਚ ਇੱਕ ਤਾਂ ਪਹਿਲਾਂ ਕਿਉਂਕਿ ਇੰਡਸਟਰੀ ਨੂੰ ਕੰਸਲਟ ਕੀਤੇ ਬਗੈਰ ਬਣਾਇਆ ਗਿਆ, ਇੱਕ ਟੈਕਸਟਾਈਲ ਇੰਡਸਟਰੀ ਦੇ ਲਈ ਔਰ ਬਾਕੀ ਇੰਡਸਟਰੀ ਲਈ, ਸਮਾਲ ਸਕੇਲ ਇੰਡਸਟਰੀ ਦੇ ਲਈ, ਤੇ ਇੱਕ ਅਥਾਰਟੀ ਦੇ ਨਾਲ ਇੱਕ ਟੀਮ ਜ਼ਰੂਰ ਬਣਨੀ ਚਾਹੀਦੀ ਹੈ ਜਿਹਦੇ ਵਿੱਚ ਇਹ ਸਾਰੇ ਮੈਟਰਸ ਪ੍ਰੈਕਟੀਕਲੀ ਗਰਾਊਂਡ ਰਿਐਲਿਟੀ ਤੇ ਡਿਸਕਸ ਹੋਣ। ਇੱਕ ਇਹਦੇ ਵਿੱਚ ਜਿਹੜੀ ਪਹਿਲਾਂ ਹੋਈ ਸੀ ਉਹਦੇ ਚ ਇੱਕ ਸੈਸ ਚਾਰजेस ਫਿਕਸ ਕੀਤੇ ਗਏ ਸੀਗੇ ਜਿਹੜੇ ਕਿ ਟੈਕਸਟਾਈਲ ਦਾ ਜਿਹੜਾ ਕੰਮ ਕਰਨਾ ਉਹ ਪਾਣੀ ਜਿਹੜਾ ਹੈਗਾ ਰॉ ਮਟੀਰੀਅਲ ਹੈ, ਤੇ ਇਹਦੇ ਕਰਕੇ ਆਪਾਂ ਨੂੰ ਉਹ ਸੈਸ ਚਾਰजेस ਕੈਲਕੂਲੇਟ ਕਰਨੇ ਚਾਹੀਦੇ ਜੋ ਅਸੀਂ ਆਪਣੀ ਵਰਕਿੰਗ ਦੇ ਹਿਸਾਬ ਦੇ ਨਾਲ ਕੈਲਕੂਲੇਟ ਕੀਤੇ ਆ। ਸਾਡੇ ਬਿਜਲੀ ਦੇ ਬਿੱਲ ਦੇ ਨਾਲੋਂ ਵੀ ਜ਼ਿਆਦਾ ਉਹਦਾ ਮਤਲਬ ਰੇਟ ਬਣ ਰਿਹਾ ਅਗਰ ਅਸੀਂ ਪ੍ਰੋਸੈਸ ਕਰਨਾ ਹੋਵੇਗੀ। ਉਹਦੇ ਚ ਇੰਡਸਟਰੀ ਸਾਰੀ ਸਿੱਖ ਹੋ ਜਾਊਗੀ ਟੈਕਸਟਾਈਲ ਦੀ ਜੇ ਉਸ ਥਿਊਰੀ ਉੱਤੇ ਜਾਂਦੇ ਆ। ਇਹਦੇ ਲਈ ਫਾਈਨੈਂਸ਼ੀਅਲ ਕੰਸਲਟੈਂਟਸ ਚਾਹੀਦੇ ਨੇ ਜਿਹੜੇ ਕਿ ਨਾਲ ਬਹਿ ਕੇ ਇਹਨੂੰ ਪ੍ਰੋਪਰਲੀ ਸਟੱਡੀ ਕਰਕੇ ਕੀਤਾ ਜਾਵੇ, ਇਹ ਹੋਣਾ ਚਾਹੀਦਾ। ਦੂਜਾ ਜਿਹੜਾ 200% ਪਾਣੀ ਰੀਚਾਰਜ ਕਰਨ ਦਾ ਹੈਗਾ, ਰੇਨ ਵਾਟਰ ਜਿਹੜੀ ਹੈਗੀ ਉਹ 27 ਦਿਨ ਜਾਂ 25 ਦਿਨ ਆਉਂਦੇ ਆ ਸਾਰੇ ਸਾਲ ਦੇ ਵਿੱਚ, ਤੇ ਜਦ ਕਿ ਫੈਕਟਰੀਆਂ ਚੱਲਦੀਆਂ ਆਪਣੀਆਂ 250 ਤੋਂ ਲੈ ਕੇ 300 ਦਿਨ ਦੇ ਵਿੱਚ, ਔਰ ਡੇਲੀ ਦਾ ਜਿੰਨਾ ਪਾਣੀ ਜੇ ਉਹਨੂੰ ਕੈਲਕੂਲੇਸ਼ਨ ਕਰ ਲਿਆ ਜਾਵੇ ਤੇ ਇੱਕ ਛੋਟੀ ਇੰਡਸਟਰੀ ਵੀ ਟੈਕਸਟਾਈਲ ਦੀ 2 ਲੱਖ ਤੋਂ ਲੈ ਕੇ 3 ਲੱਖ ਲੀਟਰ ਪਾਣੀ ਤੱਕ ਕਰ ਲੈਂਦੀ ਹੈ। ਤੇ ਉਹਦੇ ਲਈ ਇੱਕ ਪਿੰਡ ਨੂੰ ਚਾਰਜ ਕਰਨਾ ਪਊਗਾ। ਇਹਦੀ ਜਦੋਂ ਤੁਸੀਂ ਸਟੱਡੀ ਕਰੋਗੇ ਪ੍ਰੈਕਟੀਕਲੀ ਤਾਂ ਉਹ ਆਪਣੀ ਫੈਕਟਰੀ ਬੰਦ ਕਰਕੇ ਵੀ ਨਹੀਂ ਕਰ ਸਕਦਾ ਉੱਥੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਤੱਕ ਗਰਾਊਂਡ ਰਿਐਲਿਟੀ ਨੂੰ ਸਟੱਡੀ ਨਹੀਂ ਕੀਤਾ ਜਾਊਗਾ ਇਹਦਾ ਮਤਲਬ ਸਹੀ ਰਿਜ਼ਲਟ ਨਹੀਂ ਆ ਸਕਦਾ। ਤੀਸਰਾ ਪੁਆਇੰਟ ਇੱਕ ਹੈਗਾ ਜਿਹੜਾ ਨੋਟ ਕਰਨਾ ਕਿ ਜਿਸ ਵੇਲੇ ਓਵਰ ਐਕਸਪਲੋਇਟਡ ਔਰ ਕ੍ਰਿਟੀਕਲ ਜ਼ੋਨਸ ਆਪਣੇ ਸਿਲੈਕਟ ਕੀਤੇ ਗਏ ਸੀਗੇ ਉਹਦੇ ਵਿੱਚ ਕਿਹਾ ਗਿਆ ਸੀ ਕਿ ਪਾਣੀ ਡਾਊਨ ਚਲੇ ਗਿਆ ਵਾ ਕਿ ਇਸ ਕਰਕੇ ਉਹਨਾਂ ਨੂੰ ਕਰਤਾ ਗਿਆ, ਉਹਦੀ ਪ੍ਰੋਪਰ ਸਟੱਡੀ ਨਹੀਂ ਕੀਤੀ ਗਈ ਸੀਗੀ। ਤੇ ਜਿਹੜੀ ਕਿ ਅੱਜ ਦੀ ਅਸੀਂ ਦੇਖਦੇ ਹਾਂ ਜਿੱਥੇ 60 ਤੋਂ 70 ਫੁੱਟ ਦੇ ਉੱਤੇ ਪਾਣੀ ਅਵੇਲੇਬਲ ਹੈ ਉੱਥੇ 200 ਤੋਂ 1000 ਫੁੱਟ ਤੱਕ ਕਿਹਾ ਜਾਂਦਾ, ਇਸ ਕਰਕੇ ਉਹਨਾਂ ਨੂੰ ਜ਼ੋਨ ਕਲੀਅਰ ਕੀਤਾ ਗਿਆ ਤੇ ਉਹ ਜ਼ੋਨ ਵੀ ਸਟੱਡੀ ਕਰਨ ਵਾਲੇ ਨੇ। ਮਤਲਬ ਕੁਝ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਪਾਲਿਸੀ ਮੇਕਿੰਗ ਦੇ ਵਿੱਚ ਇਹ ਮਤਲਬ ਫਾਲਟ ਆਇਆ ਹੋਇਆ, ਇਸ ਕਰਕੇ ਸਾਰੀਆਂ ਚੀਜ਼ਾਂ ਰਿਵਿਊ ਕਰਨੀਆਂ ਚਾਹੀਦੀਆਂ, ਉਹਦੇ ਐਪਲੀਕੇਸ਼ਨਸ ਨੂੰ ਆਪਾਂ ਨੂੰ ਮਿਲ ਕੇ ਕਰਨਾ ਚਾਹੀਦਾ ਜੋ ਵੀ ਕਰਨਾ। ਸਰ ਇਹਦੇ ਪੁਆਇੰਟ ਇਹ ਨਿਕਲ ਕੇ ਆਇਆ ਵੀ ਇੱਕ ਤਾਂ ਚੀਜ਼ਾਂ ਸਿੰਪਲੀਫਾਈ ਕੀਤੀਆਂ ਜਾਣ। ਵਾਟਰ ਰੀਚਾਰਜ ਦਾ ਜਿਹੜਾ ਮੈਕੈਨਿਜ਼ਮ ਹੈ ਉਹ ਇੰਡਸਟਰੀ ਨੂੰ ਕਲੈਰਿਟੀ ਨਹੀਂ ਹੋ ਰਹੀ ਕਿ ਵਾਟਰ ਰੀਚਾਰਜ ਕਿੱਦਾਂ ਹੋਣਗੇ, ਔਰ ਜਿਹੜੀ ਛੋਟੀ ਇੰਡਸਟਰੀ ਹੈ ਜਿਵੇਂ ਜਿਹੜੀ ਸਿਰਫ 50,000 ਲੀਟਰ ਜਾਂ ਬਹੁਤ ਘੱਟ ਪਾਣੀ ਕੰਜ਼ਿਊਮ ਕਰਦੀ ਹੈ ਉਹਨਾਂ ਨੂੰ ਇਸ ਤੋਂ ਮਿਨੀਮਮ ਉਹਨਾਂ ਨੂੰ ਵਾਟਰ ਕੰਜ਼ਰਵੇਸ਼ਨ ਦੀਆਂ ਮਿਨੀਮਮ ਨੋਰਮਸ ਦੇ ਨਾਲ ਉਹਨਾਂ ਨੂੰ ਰਿਲੈਕਸੇਸ਼ਨ ਦੇ ਦਿੱਤੀ ਜਾਵੇ। ਮੈਂ ਰਿਕੁਐਸਟ ਕਰਾਂਗਾ ਕੋਈ ਹੋਰ ਸਪੀਕਰ ਇਹਦੇ ਬਾਰੇ ਕੋਈ ਕੁਝ ਮਿਸਟਰ ਭਾਮਰਾ ਇਹਦੇ ਲਈ ਕੁਝ ਕਹਿਣਾ ਚਾਹੁੰਦੇ ਆ? ਮਿਸਟਰ ਭਾਮਰਾ ਪਲੀਜ਼ ਸਪੀਕ। ਹੈਲੋ, ਹਾਂਜੀ ਆਵਾਜ਼ ਆ ਰਹੀ ਹੈ, ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੀ ਹੰਬਲ ਸਬਮਿਸ਼ਨ ਹੈਗੀ ਹੈ ਕਿ ਜਿਹੜੀ ਮੈਂ ਬਿਲੋਂਗ ਕਰਦਾ ਇੰਜੀਨੀਅਰਿੰਗ ਇੰਡਸਟਰੀ ਨੂੰ ਜਿੱਥੇ ਕਿ ਨਟ ਬੋਲਟ ਬੰਦੇ ਨੇ ਜਾਂ ਹੋਰ ਆਟੋ ਪਾਰਟਸ ਵਗੈਰਾ ਬੰਦੇ ਨੇ। ਸਾਡੀ ਇੰਡਸਟਰੀ ਦੇ ਵਿੱਚ ਜਿਹੜੀ ਵਾਟਰ ਦੀ ਯੂਜ਼ੇਜ ਹੈ ਉਹ ਜ਼ਿਆਦਾ ਡੋਮੈਸਟਿਕ ਹੈ, ਔਰ ਜਿੰਨਾ ਵੀ ਪਾਣੀ ਅਗਰ ਸਾਡੇ ਕੋਲ ਅਸੀਂ ਪ੍ਰੋਸੈਸ ਕਰਦੇ ਆ ਉਹਦਾ ਇੱਕ ਅਲੱਗ ਸਿਸਟਮ ਹੈ, ਉਹਨੂੰ ਅਲੱਗ ਅਸੀਂ ਮੀਟਰ ਕਰਕੇ ਉਹਦਾ ਬਕਾਇਦਾ ਰਜਿਸਟਰ ਲੱਗਾ ਹੋਇਆ, ਅਸੀਂ ਆਪਾਂ CTP ਨੂੰ ਪਾਣੀ ਚੁਕਾਉਂਦੇ ਹਾਂ, ਔਰ ਉਹਦੇ ਜ਼ਮੀਨ ਦੇ ਵਿੱਚ ਕੋਈ ਵੀ ਸਾਡੇ ਵੱਲੋਂ ਕੋਈ ਪੋਲੂਸ਼ਨ ਨਹੀਂ ਹੁੰਦੀ, ਕੋਈ ਪਾਣੀ ਨਹੀਂ ਜਾਂਦਾ ਜਿਹੜਾ ਕਿ ਤੇਜ਼ਾਬੀ ਪਾਣੀ ਜਾਂ ਕੋਈ ਹੋਰ ਪਾਣੀ ਹੋਵੇ। ਜਿੰਨਾ ਵੀ ਪਾਣੀ ਅਗਰ ਯੂਜ਼ ਹੁੰਦਾ ਡੋਮੈਸਟਿਕ ਪਾਣੀ ਹੁੰਦਾ, ਔਰ ਇਹਦੀ ਯੂਜ਼ੇਜ ਸਰ ਬਹੁਤ ਘੱਟ ਹੈ। ਮਤਲਬ ਮੈਂ ਅਗਰ ਕਹਾਂ ਜਿਹੜੇ ਛੋਟੇ ਯੂਨਿਟ ਨੇ ਮੈਕਰੋ ਯੂਨਿਟ ਨੇ ਉਹ ਤੇ ਮੁਸ਼ਕਿਲ ਨਾਲ 1500 ਲੀਟਰ ਡੇਲੀ ਯੂਜ਼ ਕਰਦੇ ਹੋਣਗੇ, ਜਿਹੜੇ ਥੋੜੇ ਜਿਹੇ ਸਮਾਲ ਯੂਨਿਟ ਨੇ ਉੱਥੇ 5-7 ਲੀਟਰ ਦੀ ਯੂਜ਼ੇਜ ਹੋਏਗੀ। तो मेरी ये रिक्वेस्ट है को CGW जो अप्लाई किया तो साढ़े सारे केसिस रिजेक्ट हो गए सी क्योंकि उन्होंने जी कंप्लीकेशन भी बहुत ज़्यादा ने। मैं थ्रू चैंबर साढ़े ऑनरेबल जो साढ़े चेयरमैन साहब करम ताप जी ने उन्होंने रिक्वेस्ट करांगा कि चेयरमैन सर प्लीज़ जी छोटी इंडस्ट्री है आप एग्जैम्प्ट कर दईए क्योंकि इन्हों की ज़्यादातर जी यूज है डोमैसटिक है। साढ़े कोई भी असी इनू जो है वो यूज नहीं कर रहे अपना इंडस्ट्री पर्पज वास्ते, बड़ी घट यूज है पानी की। और ये ही मैं एक रिक्वेस्ट ये भी करांगा बीइंग ए रिस्पोंसिबल सिटीजन कि साडा फर्ज भी बनता सी पानी सेव करिए। वाटर रिचार्ज वास्ते कोई भी एक सिंपलीफाइड प्रोसीजर बना दिता जाए, कोई नोडल एजेंसी अपॉइंट कर दी जाए
ਜਿਹੜੀ ਕਿ ਇੱਕ ਨੋਰਮ ਫਿਕਸ ਕਰ ਦੇਵੇ ਔਰ ਜਿੱਥੇ ਵੀ ਸਾਡੀ ਇੰਡਸਟਰੀ 'ਚ ਉਹਨਾਂ ਨੂੰ ਸੂਟੇਬਲ ਹੋਵੇ ਆ ਕੇ ਆਪਣੇ ਆਪਣੇ ਉਹ ਲਗਾ ਦੇਣ। ਅਸੀਂ ਉਹਦੇ ਚਾਰजेस ਜੋ ਵੀ ਸਬਸਿਡੀ ਪੇ ਕਰਨ ਨੂੰ ਤਿਆਰ ਹੈਗੇ ਆ। ਚੈਂਬਰ ਨੂੰ ਪਹਿਲ ਲੈ ਕੇ ਕੋਈ ਆਪਾਂ ਇਨੀਸ਼ੀਏਟਿਵ ਲੈ ਲਈਏ ਤੇ ਸਗੋਂ ਦੇਖੋ ਸਾਡਾ ਪਾਣੀ ਬਚਾਉਣਾ ਵੀ ਫਰਜ਼ ਬਣਦਾ, ਪਰ ਇਹਦੇ ਨਾਲ ਨਾਲ ਇੰਡਸਟਰੀ ਨੂੰ ਹਰਾਸ਼ਮੈਂਟ ਨਾ ਹੋਵੇ ਇਹ ਵੀ ਸਾਡਾ ਦੇਖਣਾ ਬਹੁਤ ਜ਼ਰੂਰੀ ਹੈ। ਸੋ ਮੇਰੀ ਸਰ ਰਿਕੁਐਸਟ ਇਹ ਹੈ ਕਿ ਜਿਹੜੀ ਛੋਟੀ ਇੰਡਸਟਰੀ ਹੈ ਜਿੱਥੇ ਪਾਣੀ ਦੀ ਯੂਜ਼ੇਜ ਬੜੀ ਘੱਟ ਹੈ ਉਹਨੂੰ ਬਰਾਏ ਮਿਹਰਬਾਨੀ ਐਗਜ਼ੈਂਪਟ ਕਰ ਦਿੱਤਾ ਜਾਵੇ ਔਰ ਬਾਕੀ ਵੀ ਇੰਡਸਟਰੀ ਜਿਹੜੀ ਜਿਹਨੂੰ PWD-RD ਆਪਣੇ ਵੱਲੋਂ ਕਰੇ ਉਹ 'ਚ ਜਿਹੜਾ CGW ਨੂੰ ਬਾਹਰ ਕਰ ਦਿੱਤਾ ਜਾਵੇ ਔਰ ਉਹਨੂੰ ਸਿੰਪਲੀਫਾਈ ਕਰ ਦਿੱਤਾ ਜਾਵੇ। तो ਇਹਦੇ ਨਾਲ ਇੰਡਸਟਰੀ ਨੂੰ ਬਹੁਤ ਵੱਡੀ ਰਾਹਤ ਹੋਏਗੀ। ਆਲਰੇਡੀ ਸਾਡੀ ਜਿਹੜੀ ਇੰਡਸਟਰੀ ਹੈ ਆਪਣਾ ਜਿਹੜਾ ਪੰਜਾਬ ਹੈ ਉਹ 19ਵੇਂ ਨੰਬਰ ਤੇ ਆਪਾਂ ਆ ਗਏ ਆ ਈਜ਼ ਆਫ ਡੂਇੰਗ ਦੇ ਵਿੱਚ। तो ਆਪਣਾ ਫਰਜ਼ ਬੰਦਾ ਕਿ ਆਪਾਂ ਸਿੰਪਲੀਫਾਈਡ ਕਰੀਏ ਸਿਸਟਮ ਨੂੰ ਤਾਂ ਕਿ ਇਹਦੇ ਨਾਲ ਜਿਹੜਾ ਸਾਡੀ ਇੰਡਸਟਰੀ ਗਰੋ ਕਰੇ ਔਰ ਕਿਸੇ ਕਿਸਮ ਦੀ ਅਨਡਿਊ ਹਰਾਸ਼ਮੈਂਟ ਨਾ ਹੋਵੇ। तो ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਅਪਰ ਲਿਮਿਟ 50,000 ਲੀਟਰ ਤੱਕ ਦੀ ਬਣਾਤੀ ਜਾਵੇ ਜਿਹਨੂੰ ਕਿ ਐਗਜ਼ੈਂਪਟ ਕਰ ਦਿੱਤਾ ਜਾਵੇ ਔਰ ਬਹੁਤ ਸਾਰੀ 99% ਇੰਡਸਟਰੀ ਤੋਂ ਬਾਹਰ ਆ ਜਾਏਗੀ। तो ਇਹਦੇ ਨਾਲ ਪੰਜਾਬ ਨੂੰ ਵੀ ਰਾਹਤ ਮਿਲੇਗੀ, ਇੰਡਸਟਰੀ ਨੂੰ ਕੰਮ ਕਰਨ ਨੂੰ ਵੀ ਰਾਹਤ ਮਿਲੇਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਸਰ ਇੱਕ ਰਿਕੁਐਸਟ ਕਰਨ ਸਰ, ਇੱਕ ਆਪਣੀ ਈਮੇਲ ਐਡਰੈਸ ਸਾਡੇ ਨਾਲ ਸ਼ੇਅਰ ਕਰਾ ਦਿਓ ਤਾਂ ਕਿ ਤੁਹਾਡੇ ਨਾਲ ਕੋਈ ਰਾਬਤਾ ਕਰਨਾ ਹੋਏ ਤਾਂ ਫਿਰ ਅਸੀਂ ਰਾਬਤਾ ਵੀ ਰੱਖਾਂਗੇ। ਐਂਡ ਇੱਕ ਗੱਲ ਤੇ ਐਂਡੋਰਸ ਕਰਾਂਗਾ ਜੀ, ਸਿਟੀਜ਼ਨਸ ਸਾਰੇ ਚਾਹੁੰਦੇ ਨੇ ਕਿ ਆਪਣਾ ਆਪਣਾ ਬੱਚਿਆਂ ਦਾ ਧਿਆਨ ਕਰੀਏ, ਪਾਣੀ ਨੂੰ ਸਾਂਭੀਏ, ਪਰ ਅਸੀਂ ਫਿਰ ਵੀ ਚਾਹਾਂਗੇ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਫਿਰ ਪੰਜਾਬ ਨੂੰ ਪਾਣੀ ਦੇ ਵਿੱਚ ਨੰਬਰ 1 ਲੈ ਕੇ ਆਈਏ। ਥੈਂਕ ਯੂ ਸਰ। ਚੇਅਰਮੈਨ ਸਾਹਿਬ, ਆਈ ਥਿੰਕ ਇੰਡਸਟਰੀ ਦੇ ਪੁਆਇੰਟ ਜਿੰਨੇ ਵੀ ਸੀ ਵੀ ਹੈਵ ਟੇਕ ਅਪ ਐਂਡ ਅਸੀਂ ਇੱਕ ਸਾਰਾ ਕੰਪਰੀਹੈਂਸਿਵ ਡਾਕੂਮੈਂਟ ਬਣਾ ਕੇ ਅਸੀਂ ਤੁਹਾਨੂੰ ਈਮੇਲ ਕਰ ਦੇਵਾਂਗੇ ਤਾਂ ਕਿ ਇਹ ਟਾਈਮਲੀ ਐਕਸ਼ਨ ਲਿਆ ਜਾ ਸਕੇ ਔਰ ਇੰਡਸਟਰੀ ਨੂੰ, ਕਿਉਂਕਿ ਆਈ ਥਿੰਕ ਇਟ ਇਜ਼ ਅ ਵੈਰੀ ਟਫ ਜੌਬ। ਇਹ ਇੰਡਸਟਰੀ ਲਈ ਵੀ ਆਸਾਨ ਨਹੀਂ ਔਰ ਸਰਕਾਰ ਲਈ ਵੀ ਆਸਾਨ ਨਹੀਂ ਔਰ ਕੋਈ ਇਹਦਾ ਮੈਨੂੰ ਲੱਗਦਾ ਨਹੀਂ ਵੀ ਅਸੀਂ ਕਹੀਏ ਵੀ ਡੈਫਰ ਹੋ ਜਾਂਦਾ ਹੈ। ਡੈਫਰ ਜੇ ਤੁਸੀਂ ਸਮਝ ਲਓ ਕਿਸੇ ਤਰੀਕੇ ਨਾਲ ਡੈਫਰ ਹੋ ਸਕਦਾ ਹੈ ਤਾਂ ਆਈ ਥਿੰਕ ਇਟ ਇਜ਼ ਨਾਟ ਪੋਸੀਬਲ। ਐਂਡ ਇਹਦੇ ਲਈ ਆਉਣ ਵਾਲੇ ਚੀਜ਼ਾਂ ਹੋਰ ਸਟ੍ਰਿੰਜੈਂਟ ਹੋਣੀਆਂ। ਇਹ ਵਿਨ ਸਿਚੁਏਸ਼ਨ ਕਿੱਦਾਂ ਹੋ ਸਕਦੀ ਹੈ, ਇਹਦੇ ਲਈ ਰੈਗੂਲਰ ਕੁਝ ਸਿਟੀ ਲੈਵਲ ਤੇ ਕਮੇਟੀਆਂ ਬਣਾ ਦਿੱਤੀਆਂ ਜਾਣ DC ਸਾਹਿਬ ਦੀ ਪ੍ਰਧਾਨਗੀ, ਜਾਂ ਤੁਸੀਂ ਕੋਈ ਆਪਣੇ ਇੰਡਸਟਰੀ ਦੇ ਮੈਂਬਰਸ ਇੱਕ ਐਡਵਾਈਜ਼ਰੀ ਫੋਰਮ ਟਾਈਪ ਅਸੀਂ ਬਣਾ ਲਈਏ ਤਾਂ ਕਿ ਜਿਹੜੀ ਇੰਡਸਟਰੀ ਦੀ ਆਵਾਜ਼ ਹੈ ਉਹ ਟਾਈਮ ਟੂ ਟਾਈਮ ਪਤਾ ਲੱਗਦੀ ਰਹੇ ਔਰ ਜਿੱਥੇ ਵੀ ਜੇ NGT ਜਲਦੀ ਕੋਈ ਉਹਨਾਂ ਨੂੰ ਅਪਰੋਚ ਕਰਨਾ ਜਾਂ ਜਿਸ ਡਿਪਾਰਟਮੈਂਟ ਨੂੰ ਵੀ ਅਪਰੋਚ ਕਰਨਾ ਇੰਡਸਟਰੀ ਵੱਲੋਂ ਅਸੀਂ ਅਪਰੋਚ ਕਰਕੇ ਤੇ ਜਦੋਂ ਫਿਰ ਲਾਸਟ ਮਿੰਟ ਤੇ ਪੇਪਰ ਆ ਜਾਂਦਾ ਨਾ ਫਿਰ ਅਸੀਂ ਇਹ ਸੋਚੀਦਾ ਵੀ ਜੇ ਟਾਈਮਲੀ ਐਕਸ਼ਨ ਲਿਆ ਹੁੰਦਾ ਤਾਂ ਸ਼ਾਇਦ ਬਚਾਅ ਹੋ ਜਾਂਦਾ। ਬਿਕਾਜ਼ ਇੰਡਸਟਰੀਅਲਿਸਟ ਆਰ ਬਿਜ਼ੀ ਇਨ देयर regular work and association like us we can play a vital role in this। ਸੋ ਮੈਂ ਬੇਨਤੀ ਕਰਾਂਗਾ ਵੀ ਇਹਦੇ ਲਈ ਕੁਝ ਅਸੀਂ ਕਮੇਟੀਜ਼ ਬਣਾ ਦਈਏ ਤੁਹਾਡੇ ਲੈਵਲ ਤੇ ਤਾਂ ਕਿ ਆਵਾਜ਼ ਪਹੁੰਚਦੀ ਰਹੇ ਔਰ ਟਾਈਮ ਟੂ ਟਾਈਮ ਜਿਹੜੇ ਵੀ ਡਰਾਫਟ ਡਾਕੂਮੈਂਟ ਬਣਦੇ ਆ, ਕਿਉਂਕਿ ਡਾਈਂਗ ਇੰਡਸਟਰੀ ਹੈ ਸਾਡੀ ਲੁਧਿਆਣੇ ਦੀ ਜਿਹੜੀ, ਇਹਨੂੰ ਮੈਨੂੰ ਲੱਗਦਾ ਵੀ ਕਾਫੀ ਕਿਉਂਕਿ ਪਾਣੀ ਦੀ ਕੰਜ਼ੰਪਸ਼ਨ ਜ਼ਿਆਦਾ ਹੈ ਔਰ ਡਾਈਂਗ ਨੇ ਹੁਣ ਇੱਥੇ ਸਾਰੇ ਤਿੰਨ ਇੱਥੇ CETP ਲੱਗ ਗਏ ਆ। ਆਲਮੋਸਟ ਸਾਰਾ ਪਾਣੀ ਟ੍ਰੀਟ ਹੋ ਕੇ ਰੀਸਾਈਕਲ ਹੋਣ ਲੱਗ ਜਾਏਗਾ। ਕਾਫੀ ਇਹਨਾਂ ਨੇ ਕਾਫੀ ਐਫਰਟਸ ਕੀਤੀਆਂ ਡਾਈਂਗ ਇੰਡਸਟਰੀ ਨੇ, ਉਹ ਸਾਨੂੰ ਐਪਰੀਸ਼ੀਏਟ ਵੀ ਕਰਨੀ ਚਾਹੀਦੀ ਹੈ। ਪਰ ਜਿਹੜੀ ਇੰਜੀਨੀਅਰਿੰਗ ਇੰਡਸਟਰੀ ਹੈ ਜਾਂ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ, ਅਸੀਂ ਬੜੀ ਹੈਵੀ ਕਾਸਟ ਦੇ ਕੇ ਆਪਣਾ ਪਾਣੀ ਚੁਕਵਾ, ਮਤਲਬ ਇੰਡਸਟਰੀ ਕੋਈ ਕਿਸੇ ਲੈਵਲ ਤੇ ਆਪਣਾ ਪਹਿਲਾਂ ਹੁੰਦਾ ਸੀ ਨਾ ਲਾਪਰਵਾਹੀ ਕਰਦੀ ਸੀ ਇੰਡਸਟਰੀ, ਹੁਣ ਕਿਸੇ ਲੈਵਲ ਤੇ ਵੀ ਕੋਈ ਲਾਪਰਵਾਹੀ ਨਹੀਂ ਹੋ ਰਹੀ ਔਰ ਇਹਦੇ ਲਈ ਵੀ ਜਿੰਨਾ ਇਹਨੂੰ ਸਿੰਪਲੀਫਾਈ ਕੀਤਾ ਜਾਏ, ਈਜ਼ੀ ਕੀਤਾ ਜਾਏ ਤਾਂ ਕਿ ਅਸੀਂ ਇਹਦਾ ਮੈਕਸਿਮਮ ਯੂਜ਼ ਉਠਾ ਸਕੀਏ। ਸੋ ਇਟ ਇਜ਼ ਅਪ ਟੂ ਯੂ। प्रधान जी, any other industry जिसमें कोई फूड प्रोसेसिंग इंडस्ट्री तो कोई बोलना चाहता है? हाँ जी मिस्टर रलन जी सर नमस्कार। पहले तो मैं बहुत बहुत नमस्कार करना जी सर। एक्चुअली इस वे टाइम है कि इंडस्ट्री इज रियली इन वेरी वेरी बिग क्राइसिस। जे इंडस्ट्री ਨੂੰ ਪੰਜਾਬ ਦੀ ਇੰਡਸਟਰੀ ਆਲਰੇਡੀ ਇੱਕ ਤਾਂ ਲੈਂਡਲੌਕ ਹੋਣ ਕਰਕੇ ਪ੍ਰੋਬਲਮਾਂ ਸਾਡੀਆਂ ਅਲੱਗ ਹੀ ਤਰ੍ਹਾਂ ਦੀਆਂ ਵਾ। ਇਹਨੂੰ ਕਿਸੇ ਤਰ੍ਹਾਂ ਪਲੀਜ਼ ਇਹਨੂੰ ਕਰਾਓ। ਤੁਸੀਂ ਆ ਪ੍ਰਪੋਜ਼ਲ ਆ ਜਾਂਦੀ ਆ, ਅੱਛਾ ਸੁਝਾਅ ਦਿੱਤਾ ਉਪਕਾਰ ਜੀ ਨੇ, ਇਹ ਕੰਸੋਲੀਡੇਟ ਕਰਕੇ ਤੁਹਾਨੂੰ ਭੇਜ ਦਿੰਦੇ ਆ। ਜੇ ਤੁਸੀਂ ਕਮੇਟੀ ਬਣਾਉਣੀ ਚਾਹੁੰਦੇ ਆ ਤੁਸੀਂ ਕਮੇਟੀ ਬਣਾ ਲਓ। ਜੇ ਤੁਸੀਂ ਆਪਣੇ ਆਪ ਪਤਾ ਹੈ, ਆਈ ਡੋਂਟ ਨੋ ਹਾਊ ਫਾਰ ਯੂ ਆਰ ਬਿਜ਼ੀ ਥੀਸ ਡੇਜ਼, ਤੇ ਤੁਸੀਂ ਕਿਉਂਕਿ ਅੱਜ ਤਾਈਂ ਸਾਡਾ ਸੁਧਾਰ ਕਰਦੇ ਆਏ ਹੋ, ਸਾਡੀ ਹੈਲਪ ਕਰਦੇ ਆਏ ਹੋ ਹਮੇਸ਼ਾ। ਜਿੱਥੇ ਵੀ ਤੁਸੀਂ ਰਹੇ, ਜ਼ਿਲ੍ਹੇ ਪ੍ਰਿੰਸੀਪਲ ਸੈਕਟਰੀ ਸੀਗੇ ਜਾਂ ਚੀਫ ਸੈਕਟਰੀ ਸੀਗੇ,
ਤੁਸੀਂ ਇੰਡਸਟਰੀ ਬਾਰੇ ਬਹੁਤ ਸੋਚਿਆ ਹੈ ਸਰ। ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਜ਼ਰੂਰ ਕੋਈ ਨਾ ਕੋਈ ਇਹਦਾ ਵਿੱਚ ਸੋਲੂਸ਼ਨ ਕੱਢ ਕੇ ਆਓਗੇ ਤੇ ਬਚਾਓਗੇ ਇੰਡਸਟਰੀ ਨੂੰ। ਥੈਂਕ ਯੂ ਸਰ। ਜੇ ਕੋਈ ਹੋਰ ਦੋਸਤ ਕੁਝ ਕਹਿਣਾ ਚਾਹੇ, ਸ਼ੇਅਰ ਕਰਨਾ ਚਾਹੇ ਤਾਂ ਚੇਅਰਮੈਨ ਸਾਹਿਬ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦਾ। ਜੀ ਚਰਨਜੀਤ ਸਿੰਘ ਬੋਲ ਰਹੇ ਆ ਜੀ। ਹਾਂਜੀ ਹਾਂਜੀ। ਪਹਿਲੀ ਗੱਲ ਤਾਂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਸੀਂ ਬੜਾ ਕਰਨ ਅਵਤਾਰ ਜੀ। ਯੂ ਆਰ ਵੈਲਕਮ ਟੂ ਦਾ ਨੈਟਵੇਅਰ ਐਂਡ ਟੈਕਸਟਾਈਲ ਇੰਡਸਟਰੀ ਫॉर द ਲੁਧਿਆਣਾ। ਅਸੀਂ ਕੁਛ ਇਹਦੇ ਵਿੱਚ ਕੰਮ ਕਰਿਆ ਪਹਿਲਾਂ ਵੀ ਔਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਪਰ ਜਿਹੜੀ ਐਟ ਦਾ ਲਾਰਜ ਇਹ ਨਹੀਂ ਹੈਗਾ ਵੀ ਛੋਟੀ ਸਮਾਲ ਸਕੇਲ ਇੰਡਸਟਰੀ ਜਿਹੜੀ ਸਾਡੀ ਹੈਗੀ ਹੈ ਤੇ ਉਹਦੇ ਵਾਸਤੇ ਸਾਨੂੰ ਕਾਫੀ ਇਦਾਂ ਦੀਆਂ ਟਰਬਲਸ ਆ ਰਹੀਆਂ ਨੇ। ਅਸੀਂ ਇਹ ਸੋਚ ਰਹੇ ਹਾਂ ਕਿ ਸਾਡਾ ਉਹ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਨਿਕਲਣਾ ਚਾਹੀਦਾ ਹੈ, ਭਾਵੇਂ ਕਿਸੇ ਤਰੀਕੇ ਦਾ ਵੀ ਹੋਵੇ। ਪਰ ਦੂਜੀ ਗੱਲ ਇੱਕ ਹੋਰ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਸਾਡੀ ਇੰਡਸਟਰੀ ਨਾਲ ਬਹੁਤ ਦੇਰ ਦੇ ਜੁੜੇ ਰਹੇ ਹੋ ਔਰ ਤੁਹਾਡੀਆਂ ਪਹਿਲੀਆਂ ਵੀ ਬੜੀਆਂ ਮਿਹਰਬਾਨੀਆਂ ਨੇ ਸਾਡੇ ਦੇ ਉੱਪਰ ਔਰ ਸਾਡੀ ਗੁੱਡ ਵਿਸ਼ੇਸ ਨੇ ਵੀ ਇਹ ਤੁਸੀਂ ਬੜੇ ਤਰੀਕੇ ਨਾਲ ਇਹ ਸਾਰੀ ਚੀਜ਼ ਨੂੰ ਹੈਂਡਲ ਕਰੋਗੇ। ਸਾਨੂੰ ਕਿਤੇ ਕਹੋਗੇ ਅਸੀਂ ਉਸ ਤਰੀਕੇ ਨਾਲ ਬਿਲਕੁਲ ਰੈਡੀ ਹਾਂ, ਸਾਡੀ ਸਾਰੀ ਰੈਡੀ ਹੈ। ਔਰ ਜਿਹੜੀ ਸਾਡੀ ਡਾਈਂਗ ਇੰਡਸਟਰੀ ਹੈ ਉਹ ਸਾਡੀ ਇੱਕ ਮਦਰ ਇੰਡਸਟਰੀ ਹੈ। ਤੱਕ ਨਾ ਉਹ ਕਹਿੰਦੇ ਅੱਗੇ ਬਲੈਕ ਐਂਡ ਵਾਈਟ ਉਹਦਾ ਕੋਈ ਹੈ ਨਹੀਂ ਸੀ ਗੱਲਬਾਤ। ਜਦ ਤੱਕ ਚੀਜ਼ ਰੰਗ ਨਾ ਭਰੇ ਜਾਣ ਉਨੀ ਦੇਰ ਤੱਕ ਉਹ ਗੱਲ ਕਾਬੂ ਨਹੀਂ ਆਉਂਦੀ। ਦੈਟ ਇਜ਼ ਦ ਵੈਰੀ ਰੀਜ਼ਨ ਮੈਂ ਇਸ ਕਰਕੇ ਜ਼ਰੂਰ ਰਿਕੁਐਸਟ ਕਰਾਂਗਾ ਸਾਰਿਆਂ ਨੂੰ भाई ये बहुत मैं उपकार जी को कहांगा भी इन्हों अच्छी तरह लिखन और जो करण जी कर सकते हैं ही विल डू द बेस्ट। So nice of you, thank you sir. Okay. Thank you चरणजीत जी। कर्नलतार सिंह जी जो लोगों ਨੂੰ ਨਾ ਇਹ ਘੱਟ ਤਾਂ ਬੋਲਦੇ ਆ ਵੀ ਉਹਨੂੰ ਵਿਸ਼ਵਾਸ ਬੜਾ ਹੈ, ਫਿਰ ਤੁਸੀਂ ਬੈਠੇ ਹੋ, ਤੁਸੀਂ ਇੰਡਸਟਰੀ ਲਈ ਸਾਰਾ ਕੁਝ ਠੀਕ ਕਰ ਰਹੇ ਨਾ ਤੇ ਕਿਉਂਕਿ ਤੁਹਾਡਾ ਪਾਸਟ ਐਕਸਪੀਰੀਅੰਸ ਵੀ ਰਿਹਾ ਡਿਊਰਿੰਗ ਯੂਰ ਟੈਨਿਓਰ ਐਜ਼ ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਐਜ਼ ਚੀਫ ਸੈਕਟਰੀ। ਸਾਨੂੰ ਕੋਈ ਵੀ ਦਿੱਕਤ ਹੁੰਦੀ ਸੀ ਤੁਹਾਡੇ ਕੋਲ ਆਉਂਦੇ ਸੀ ਐਂਡ ਇਟ ਯੂਜ਼ਡ ਟੂ ਬੀ ਰਿਜ਼ੋਲਵਡ। ਸੋ ਇੰਡਸਟਰੀ ਨੂੰ ਕਾਫੀ ਜ਼ਿਆਦਾ ਜਿੰਨੇ ਵੀ ਸਪੀਕਰ ਹੈ ਮੈਂ ਦੇਖ ਰਿਹਾ ਵੀ ਇਹ ਸਾਰੇ ਸਮਝਦੇ ਆ ਵੀ ਉੱਥੇ ਕਰਨਲਤਾਰ ਜੀ ਬੈਠੇ ਆ ਤਾਂ ਸਾਨੂੰ ਵਾਰੀ ਕਰਨ ਦੀ ਲੋੜ ਨਹੀਂ। ਐਨੀ ਅਦਰ ਸਪੀਕਰ ਫਰੋਮ ਦ ਇੰਡਸਟਰੀ? ਮਿਸਟਰ ਆਈਕੇ ਕਪਲਾ ਪੰਜਾਬ ਟਾਇਰ ਐਸੋਸੀਏਸ਼ਨ। ਹੈਲੋ, ਪਹਿਲਾਂ ਮਿਸਟਰ ਆਈਕੇ ਕਪਲਾ ਪੰਜਾਬ ਟਾਇਰ ਐਸੋਸੀਏਸ਼ਨ ਤੋਂ ਬੋਲ ਰਿਹਾ। ਸਿੰਘ ਜੀ, भाई सर ललित है। ललित जी मिस्टर कपला ने बोल रहे हैं, उसके बाद ਤੁਸੀਂ ਬੋਲ। सर नमस्ते, मेरी आवाज आ रही है सर? हाँ जी क्लियर है। So kind of you sir. Sir, I would like to just submit a couple of facts so that you know whatever the comprehensive policy that you propose to make takes into account those things. As I understand from whatever documents I have gone through, the revised guidelines of the Central Groundwater Authority are something the bare minimum which cannot be changed unless the CGWA itself agrees to that. That's one. Second, if I have understood correctly as to what the tribunal is stressing is that they are really wanting a regulated extraction of groundwater with zero net effect on the environment. That is that how much, as much you draw, that much must go back to the groundwater. This is what it is. When I saw a couple of the documents, sir, which are already prepared by Central Groundwater Authority as well as by the Punjab government, I found that the entire your rainwater harvesting, including in rural and urban areas, won't be able to give you more than 2% of the effect on the groundwater. They have proposed, in addition thereto, the avoidance or the prevention of the leakage of the waters in the fields, which is another aspect which they say that they will be able to control, let us say, around 20% because of that. Still, it makes nothing more than that. The real fact is that the industry, which tribunal also agrees, the government of India also agrees, that is responsible in totality for less than 4 to 5% of the total groundwater usage. About 90% of the usage is in the agriculture sector. Therefore, my submission would be, without even trying to dilute the importance of the groundwater conservation, that whatever policy is made, it should be comprehensive and must take care into the entire groundwater rather than concentrating only on the industry, because that would not give the desired result.
So this one point. Second point which I want to state is that, sir, in fact, as far as Punjab is concerned, almost the entire Punjab is overexploited area. Therefore, any other consideration notwithstanding, everybody shall be requiring a permission. And if we have to go by the present thinking of the tribunal, they say that even the existing industries, they are not willing to allow unless they assure that they will be returning to the groundwater as much of the groundwater which they are drawing. Two of the important suggestions I have read in the documents prepared by the Central Groundwater Authority, as well as the recycling of the wastewater by the Punjab government. That, sir, if they, for example, for Ludhiana, I would say, because I have studied that, sir, assuming that about 500 mld of the wastewater and about 100 mld of the industrial water, all are either recycled into agriculture or it is put back into the groundwater, which is one of the options available. Then you will be able to replenish the groundwater by more than about 10% of the entire Ludhiana district. It means certainly not less than what is being consumed by the Ludhiana users at least. Therefore, my submission would be, sir, that the option of utilizing the wastewater used by the industries or in the domestic sector must either be utilized for the agricultural purposes and it should be considered as replenishment, or alternatively the same water must be allowed to be down into the groundwater and it should be considered as recharge of the groundwater, because that will substantially, if you do this thing by, let us say, unit by unit, part of Ludhiana, this block, that block, that will satisfy the tribunal also, because the tribunal has been insisting that you must have an impact assessment of whatever is there in the overexploited zones. So this will certainly help us in explaining that when we go into the impact assessment of the thing, we have been able to go into the groundwater extraction neutrality, that we are trying to put them certainly more than what we are extracting from it. With these two limited suggestions, sir, my thinking is that a holistic approach may kindly be taken. So kind of you, sir. Thank you very much. Mr. Lalit Jain, Dying Association, he want to speak. Sir, by the time Lalit ji set his connection, ਇਹਦੇ 'ਚ ਇੱਕ ਬੜਾ ਵੱਡਾ ਇਸ਼ੂ ਹੈ, ਬਹੁਤ ਸਾਰੇ ਏਰੀਆਜ਼ ਹੈ ਜਿਹੜੇ हेलो गुड इवनिंग सर, ईस्टमैन कास्ट एंड फोर्स तो हाँ जी अमरिंदर जी, कैरी ऑन प्लीज स्पीक। या जी सर मेरा क्वेश्चन सीगा कि ਵਿੱਚ ਲਗਾ ਸੀ ਔਰ ਉਹ ਹੋਈ ਹੈ ਪੈਂਡਿੰਗ ਤੇ ਜਿਹੜੀਆਂ ਇਦਾਂ ਦੀ ਐਪਲੀਕੇਸ਼ਨ ਹੈ ਕਿ ਉਹ CGWA ਦੇਖੇਗਾ ਕਿ ਕਿਹੜਾ ਡਿਪਾਰਟਮੈਂਟ ਦੇਖੇਗਾ, ਟੂ ਹੋਮ ਵੀ ਹੈਵ ਟੂ ਅਪਰੋਚ ਟੂ। ਸੋ ਹੁਣ ਅਸੀਂ ਦੇਖਾਂਗੇ ਜੀ, ਤਾਂ ਹੀ ਇਹ ਮੀਟਿੰਗ ਕਰ ਰਹੇ ਹਾਂ, ਪਰ ਸਾਨੂੰ ਹਲੇ ਕੁਝ ਟਾਈਮ ਲੱਗੇਗਾ ਸਿਸਟਮ ਬਣਾਉਣ 'ਚ। ਸਰ ਫਾਈਲ ਜਿਹੜੀ ਹੈ ਆਪੇ ਮੂਵ ਹੋਏਗੀ ਕਿ ਵੀ ਹੈਵ ਟੂ ਅਪਰੋਚ ਟੂ? ਅਸੀਂ ਨਵੇਂ ਸਿਰੋਂ ਲਵਾਂਗੇ ਜੀ ਤੁਹਾਨੂੰ ਸਭ। ठीक है सर। I think you have your question is answered. Any other question? ਸਾਨੂੰ शुरू हो गया काम जी, दोबारा फाइल ट्रांसफर के we have to wait for some time. Wait ji, we will let you know. Okay sir. Okay. Mr. Vijay Mehtani want to speak. He is from Dying Association. Mr. Vijay Mehtani. Kapila has explained lot many things about the CGW and the water usage and to be recharged. We have lot many facts and figures with us. Kindly give us some time, 10 days, so that we can make a comprehensive study and give you the final proposal in a fortnight. That will have given
facts and figures for the CGD say and thank you. Thank you. To speak, please put your message in chat box so that we can give you time. I think most of the point has been discussed. Sir, एक ਜਿਹੜਾ exploited area ਜਾਂ black areas ਦੀ ਗੱਲ ਹੈ, ਉਹ ਇੰਡਸਟਰੀ ਵੱਲੋਂ ਇਹ ਦੇਖਿਆ ਗਿਆ ਵੀ ਉਹ ਫਿਗਰਸ ਵੀ ਪੰਜਾਬ ਦੀਆਂ ਠੀਕ ਨਹੀਂ। ਅਸੀਂ ਰਿਕੁਐਸਟ ਕਰਾਂਗੇ ਕਿ ਉਹਨਾਂ ਨੂੰ ਰੀ-ਵੈਰੀਫਾਈ ਕਰ ਦਿੱਤਾ ਜਾਵੇ। ਕਈ ਜਗ੍ਹਾ ਤੇ ਪਾਣੀ ਸਿਰਫ 70 ਫੁੱਟ ਤੇ ਹੈ ਔਰ ਉਹਦੇ ਵਿੱਚ ਦਿਖਾਇਆ ਗਿਆ ਕਾਗਜ਼ਾਂ 'ਚ ਕਿ ਇਹ 700 ਫੁੱਟ ਤੇ ਪਾਣੀ ਹੈ। ਪੰਜਾਬ 'ਚ ਇੰਨੀ ਡੈਪਥ ਤੇ ਪਾਣੀ ਕਿਤੇ ਵੀ ਨਹੀਂ। ਇਹਨੂੰ ਕਿਰਪਾ ਕਰਕੇ ਦੇਖ ਕੇ ਤੇ ਇਹਦੀ ਕਰੈਕਸ਼ਨ ਕਰਵਾਈ ਜਾਵੇ। I think most of the speakers and most of the points जिन्हें भी ਅਸੀਂ take up ਕਰ ਰਹੇ ਹਾਂ ਔਰ ਅਸੀਂ ਸਾਰੀ ਇੰਡਸਟਰੀ ਨੂੰ ਰਿਕੁਐਸਟ ਕੀਤਾ ਇੱਕ ਕੰਪਰੀਹੈਂਸਿਵ ਇੱਕ ਰਿਪੋਰਟ ਬਣਾ ਕੇ ਜੋ ਵੀ ਸਾਡੀਆਂ ਡਿਮਾਂਡਸ ਹੈ ਅਸੀਂ ਤੁਹਾਨੂੰ ਭੇਜ ਦੇਵਾਂਗੇ ਜਾਂ ਜਿੱਦਾਂ ਕਿ ਡਾਈਂਗ ਇੰਡਸਟਰੀ ਹੈ ਔਰ ਸਾਰੇ 3 ਡਾਈਂਗ ਇੰਡਸਟਰੀਜ਼ ਨੂੰ ਅਸੀਂ ਇਕੱਠਾ ਕਰਕੇ ਇੱਕ ਵਾਰ ਜੇ ਤੁਹਾਡੇ ਜ਼ਰੂਰਤ ਹੋਏਗੀ ਤਾਂ ਅਸੀਂ ਦੁਬਾਰਾ ਜ਼ੂਮ ਮੀਟਿੰਗ ਇੱਕ ਥੋੜੀ ਜਿਹੀ 10-20 ਜਿਹੜੇ ਕੀ ਸਟੇਕ ਹੋਲਡਰਸ ਹੈ ਉਹਨਾਂ ਦੀ ਅਸੀਂ ਇੱਕ ਮੀਟਿੰਗ ਕਰ ਲਵਾਂਗੇ। ਸੋ ਐਨੀਥਿੰਗ ਐਲਸ ਫਰੋਮ ਪੰਜਾਬ ਗਰਾਊਂਡ ਵਾਟਰ ਅਥਾਰਟੀ ਚੇਅਰਮੈਨ ਸਾਹਿਬ ਯੂ ਵਾਂਟ ਟੂ ਸੇ ਐਨੀਥਿੰਗ? जी, thank you Gurdaji and thank you all members for your detailed comments। ਤੇ ਜਿਵੇਂ ਉਪਕਾਰ ਜੀ ਨੇ ਕਿਹਾ ਹੈ ਮੈਂ ਸੁਜੈਸਟ ਕਰਾਂਗਾ ਕਿ ਤੁਸੀਂ 2 ਕਮੇਟੀਆਂ ਬਣਾ ਲਓ। ਇੱਕ ਤਾਂ ਟੈਕਸਟਾਈਲ ਡਾਈਂਗ ਲਈ ਵੱਖਰੀ ਬਣਾ ਲਓ ਜਿਵੇਂ ਵਿਜੇ ਮਹਿਤਾਨੀ ਜੀ ਕਹਿ ਰਹੇ ਸੀ, ਆਪਣੇ ਤਰੁਣ ਜੈਨ ਨੇ ਵੀ ਕਿਹਾ ਹੈ, ਕਪਿਲਾ ਸਾਹਿਬ ਨੇ ਵੀ ਕਿਹਾ ਹੈ, ਕਿਉਂਕਿ ਟੈਕਸਟਾਈਲ ਡਾਈਂਗ ਦੀ ਪ੍ਰੋਬਲਮਸ ਵੱਖਰੀਆਂ ਨੇ ਤੇ ਬਾਕੀ ਇੰਡਸਟਰੀ ਚਾਹੇ ਉਹ ਆਟੋ ਪਾਰਟਸ ਹੋਵੇ, ਮੈਟਲਸ, ਫੂਡ ਪ੍ਰੋਸੈਸਿੰਗ, ਉਹਨਾਂ ਦੀ ਤੁਸੀਂ ਵੱਖਰਾ ਗਰੁੱਪ ਬਣਾ ਲਓ ਤੇ ਜ਼ਰੂਰ ਸਾਨੂੰ ਸੁਜੈਸ਼ਨਸ ਵਿਦਿਨ 10 ਡੇਜ਼ ਜੇ 25 ਤਰੀਕ ਤੱਕ ਸਾਨੂੰ ਜ਼ਰੂਰ ਭੇਜ ਦਿਓ। ਤੇ ਇਸੇ ਤਰ੍ਹਾਂ ਕਿਉਂਕਿ ਕੋਵਿਡ ਦੇ ਮਾਹੌਲ 'ਚ ਸ਼ਾਇਦ ਮੀਟਿੰਗ 1-to-1 ਨਾ ਹੋ ਸਕੇ ਬਟ ਵੀ ਆਰ ਆਲਵੇਜ਼ ਅਵੇਲੇਬਲ ਫॉर ਅਨਦਰ VC ਤੇ ਅਸੀਂ VC ਤੁਹਾਡੇ ਨਾਲ ਛੋਟੇ ਗਰੁੱਪ 'ਚ ਕਰ ਲਾਂਗੇ ਤਾਂ ਕਿ ਗੱਲ ਜ਼ਿਆਦਾ ਵਿਸਤਾਰ ਨਾਲ ਹੋ ਸਕੇ, ਆਪਸ 'ਚ ਡਿਸਕਸ਼ਨ ਵੀ ਹੋ ਜਾਏਗੀ। ਸੋ ਵੀ ਕੈਨ ਹੈਵ ਅਨਦਰ VC ਨੈਕਸਟ ਵੀਕ ਸੋਲਵ। ਤੁਹਾਡਾ ਮੈਂ ਸ਼ੁਕਰੀਆ ਕਰਦਾ ਕਿਉਂਕਿ ਅਸੀਂ ਹਾਲੇ ਸਾਡਾ ਥਾਟ ਪ੍ਰੋਸੈਸ ਚੱਲ ਰਿਹਾ ਹੈ। ਤੁਹਾਡੀ ਗੱਲਾਂ ਸੁਣ ਕੇ ਅਸੀਂ ਡਰਾਫਟ ਬਣਾਵਾਂਗੇ ਤੇ ਅਸੀਂ ਵੀ ਆਪਣੇ ਵੱਲੋਂ ਇਹ ਜਿਹੜੀ ਡਰਾਫਟ ਸਕੀਮ ਹੈ ਸਰਕਾਰ ਨੂੰ ਭੇਜਾਂਗੇ ਤੇ ਤੁਹਾਨੂੰ ਵੀ ਕਿਉਂਕਿ ਇਹ ਸਾਰੇ ਮੀਡੀਆ 'ਚ ਅਸੀਂ ਇਹਨੂੰ ਸਟਾਰਟ ਕਰਾਂਗੇ ਤੁਹਾਨੂੰ ਵੀ ਭੇਜਾਂਗੇ ਤਾਂ ਕਿ ਤੁਹਾਨੂੰ ਜ਼ਿਆਦਾ ਕਲੈਰਿਟੀ ਹੋ ਜਾਏ ਕਿ ਅਸੀਂ ਕਿਸ ਡਾਇਰੈਕਸ਼ਨ ਵੱਲ ਜਾ ਰਹੇ ਹਾਂ। ਕੁਝ ਗੱਲਾਂ ਜਿਹੜੀਆਂ ਅਹਿਮ ਤੁਸੀਂ ਕੀਤੀਆਂ ਜਿਵੇਂ ਕਿ ਸਿੰਪਲੀਫਿਕੇਸ਼ਨ ਆਫ ਦੀ ਫਾਰਮ ਉਹ ਤਾਂ ਜ਼ਰੂਰ ਕਰਾਂਗੇ ਤਾਂ ਕਿ ਈਜ਼ ਆਫ ਡੂਇੰਗ ਬਿਜ਼ਨਸ ਵੱਲ ਅਸੀਂ ਤੁਰੀਏ। ਇੱਕ ਗੱਲ ਐਗਜ਼ੈਂਪਸ਼ਨ ਦੀ ਆਈ ਹੈ ਲੇਕਿਨ ਜਿਵੇਂ ਸ਼੍ਰੀ ਕਪਿਲਾ ਨੇ ਦੱਸਿਆ ਕਿ NGT ਦਾ ਜਿਹੜਾ ਆਰਡਰ ਹੈ ਉਹ ਤੁਸੀਂ ਸਾਰੇ ਹੀ ਪੜ੍ਹੋ ਜਾਂ ਆਪਣੇ ਵਕੀਲ ਨੂੰ ਵੀ ਪੜ੍ਹਾਓ। ਉਹਨਾਂ ਨੇ ਬੜਾ ਸਪਸ਼ਟ ਕੀਤਾ ਹੈ CGWA ਨੇ ਅਤੇ ਸਟੇਟਸ ਨੂੰ ਕਿ ਐਗਜ਼ੈਂਪਸ਼ਨ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਸੋ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਛੋਟੇ ਯੂਨਿਟਸ ਲਈ ਅਸੀਂ ਬਹੁਤ ਹੀ ਇੱਕ ਸਿੰਪਲ ਜਿਹਾ ਐਪਲੀਕੇਸ਼ਨ ਫਾਰਮ ਰੱਖੀਏ ਤਾਂ ਕਿ ਉਹਨਾਂ ਨੂੰ ਸਹੂਲਤ ਹੋਏਗੀ। ਇੱਕ ਫਿਰ ਗੱਲ ਆਈ ਕਿ ਜਿਹੜੀ ਵਾਟਰ ਨੂੰ ਰੀਯੂਜ਼ ਕਰਨਾ ਜਾਂ ਉਹਨੂੰ ਪਾਣੀ ਨੂੰ ਬਚਾਉਣਾ ਹੈ ਉਹਦੇ ਲਈ ਕੱਲੇ ਰੇਨ ਵਾਟਰ ਹਾਰਵੈਸਟਿੰਗ ਨਾਲ ਪੂਰਾ ਪਾਣੀ ਨਹੀਂ ਬਚ ਸਕਦਾ ਕਿਉਂਕਿ ਜੇ ਤੁਹਾਡੇ ਯੂਨਿਟ 'ਚ ਫਰਜ਼ ਕਰੋ ਸਿਰਫ 5000 ਲੀਟਰ ਵੀ ਰੋਜ਼ ਦਾ ਕੰਜ਼ਿਊਮ ਹੋ ਰਿਹਾ ਹੈ ਫਿਰ ਵੀ ਉਨਾ ਪਾਣੀ ਤੁਹਾਡਾ ਰੇਨ ਵਾਟਰ ਹਾਰਵੈਸਟਿੰਗ ਨਾਲ ਨਹੀਂ ਬਚਦਾ। ਸੋ ਉਹਦੇ ਲਈ ਤੁਹਾਨੂੰ ਆਫ ਦੀ ਪ੍ਰੈਮਿਸਿਸ ਬਚਤ ਕਰਨੀ ਪੈਂਦੀ ਹੈ ਤੇ ਕਈ ਤਰੀਕੇ ਨੇ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰੀ ਤੌਰ ਤੇ ਕਿਸੇ ਮਹਿਕਮੇ ਵੱਲੋਂ ਕੰਜ਼ਰਵੇਸ਼ਨ ਕੀਤੀ ਜਾਏ, ਤੁਹਾਡੇ ਵੱਲ ਦੀ ਪੇਮੈਂਟ ਹੋ ਜਾਏਗੀ ਤਾਂ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਸੌਖਾ ਹੋ ਜਾਏਗਾ। ਤੁਸੀਂ ਆਪਣੇ ਬਿਜ਼ਨਸ ਨੂੰ ਸੰਭਾਲੋ ਤੇ ਜਿਹੜਾ ਆਫ ਸਾਈਟ ਤੇ ਪਾਣੀ ਦੀ ਬਚਤ ਕਰਨੀ ਹੈ ਉਹ ਚਾਹੇ ਐਗਰੀਕਲਚਰ ਡਿਪਾਰਟਮੈਂਟ ਕਰੇਗਾ ਜਾਂ ਇਰੀਗੇਸ਼ਨ ਦਾ ਮਹਿਕਮਾ ਕਰੇਗਾ, ਉਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਹੜਾ ਤੁਸੀਂ ਗਰਾਊਂਡ ਚਾਰਜ ਦੇਣਾ ਹੈ ਉਸ ਚਾਰਜ ਦੇ ਵਿੱਚੋਂ ਹੀ ਉਹ ਕੰਜ਼ਰਵੇਸ਼ਨ ਕੀਤੀ ਜਾਏਗੀ। ਸੋ ਅਸੀਂ ਜਿਹੜਾ NGT ਦਾ ਆਰਡਰ ਪੜਿਆ ਇਹੀ ਅਸੀਂ ਸਿੱਟਾ ਕੱਢਿਆ ਹੈ ਕਿ ਇੰਡਸਟਰੀ ਜਾਂ ਕਮਰਸ਼ੀਅਲ ਯੂਨਿਟ ਵੱਲੋਂ ਜਿਹੜਾ ਗਰਾਊਂਡ ਵਾਟਰ ਲਈ ਚਾਰजेस ਲਿੱਤੇ ਜਾਂਦੇ ਨੇ ਉਸ ਚਾਰਜ ਵਿੱਚੋਂ ਜਿੰਨੀ ਗਰਾਊਂਡ ਵਾਟਰ ਦੀ ਸੇਵਿੰਗ ਕਰਨੀ ਹੈ ਉਹ ਕੀਤੀ ਜਾਵੇ।
ਤੁਹਾਡੇ ਵੱਲੋਂ ਜੇ ਰੇਨ ਵਾਟਰ ਹਾਰਵੈਸਟਿੰਗ ਕੀਤੀ ਜਾਂਦੀ ਹੈ ਉਹਦਾ ਵੀ ਕ੍ਰੈਡਿਟ ਤੁਹਾਨੂੰ, ਉਹਦਾ ਡਿਸਕਾਊਂਟ ਜਾਂ ਕ੍ਰੈਡਿਟ ਵੀ ਤੁਹਾਨੂੰ ਮਿਲੇਗਾ ਤੇ ਮਿਲਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਦੀ ਸਕੀਮ, ਸਿੰਪਲੀਫਾਈਡ ਸਕੀਮ ਅਸੀਂ ਵਰਕਆਊਟ ਕਰ ਰਹੇ ਹਾਂ। ਤੁਹਾਡੇ ਸੁਝਾਅ ਸਾਨੂੰ ਚਾਹੀਦੇ ਹਨ ਤੇ ਸਾਡੀ ਜਿਹੜੀ ਡਰਾਫਟ ਸਕੀਮ ਹੈ ਉਹ ਬਹੁਤ ਹੀ ਜਲਦ ਅਸੀਂ ਹਫਤੇ ਜਾਂ 10 ਦਿਨ 'ਚ ਤਿਆਰ ਕਰਕੇ ਅਸੀਂ ਵੀ ਤੁਹਾਨੂੰ ਸ਼ੇਅਰ ਕਰਾਂਗੇ। ਤਾਂ ਹੀ ਮੈਂ ਅੱਜ ਕੋਈ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨਹੀਂ ਕੀਤੀ, ਪ੍ਰਧਾਨ ਜੀ ਕਹਿ ਰਹੇ ਸੀ ਤੇ ਮੈਂ ਇਹੀ ਕਿਹਾ ਵੀ ਅਸੀਂ ਪਹਿਲਾਂ ਤੁਹਾਡੀ ਗੱਲਾਂ ਸੁਣਨਾ ਚਾਹੁੰਦੇ ਹਾਂ, ਤੁਹਾਡੇ ਸੁਝਾਅ ਅਸੀਂ ਲੈਣਾ ਚਾਹੁੰਦੇ ਹਾਂ। ਕੁਝ ਹੋਰ ਵੀ ਅੱਛੇ ਸੁਝਾਅ ਆਏ ਨੇ। ਰਜਤ ਸੂਦ ਜੀ ਦੀ ਗੱਲ ਤੇ ਅਸੀਂ ਟੀਮ ਬਣਾ ਲਈਏ, ਜ਼ਰੂਰ ਕਰਾਂਗੇ। ਸੋ ਆਈ ਹੈਵ ਰਿਕੁਐਸਟਡ ਪ੍ਰਧਾਨ ਜੀ ਕਿ ਟੈਕਸਟਾਈਲ ਡਾਈਂਗ ਦੀ ਇੱਕ ਵੱਖਰੀ ਤੁਸੀਂ ਕਮੇਟੀ ਬਣਾ ਲਓ, ਉਹਦੇ ਨਾਲ ਅਸੀਂ ਵੱਖਰੀ ਇੱਕ VC ਜਾਂ ਮੀਟਿੰਗ ਕਰ ਲਾਂਗੇ ਤੇ ਬਾਕੀ ਇੰਡਸਟਰੀ ਨਾਲ ਛੋਟਾ ਗਰੁੱਪ ਬਣਾ ਲਓ, ਉਹਨਾਂ ਨਾਲ ਵੀ ਵੱਖਰੀ ਮੀਟਿੰਗ ਕਰ ਲਾਂਗੇ। ਨਰਿੰਦਰ ਭਾਵਰਾ ਜੀ ਦੀ ਗੱਲ ਆ ਗਈ, ਕਪਿਲਾ ਸਾਹਿਬ ਦੀ ਵੀ ਗੱਲ ਅਸੀਂ ਕਵਰ ਕਰ ਲਈ ਹੈ। ਸੋ ਇਹ ਆਊਟਲਾਈਨ ਇਹੀ ਹੈ ਸਾਡੀ ਕਿ ਇੱਕ ਸਿੰਪਲ ਸਿਸਟਮ ਹੋਏਗਾ, ਆਨਲਾਈਨ ਸਿਸਟਮ ਬਣਾਵਾਂਗੇ ਜਿਸ ਤੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਕੇ ਤੁਹਾਨੂੰ ਪਰਮਿਸ਼ਨ ਮਿਲ ਜਾਏਗੀ ਤੇ ਫਿਰ ਤੁਹਾਡਾ ਕੰਮ ਸ਼ੁਰੂ ਹੋ ਜਾਏ। ਤੁਹਾਡੇ ਵਾਟਰ ਮੀਟਰ, ਕਿਉਂਕਿ ਤੁਹਾਡੀ ਤਾਂ ਇੰਡਸਟਰੀਜ਼ ਨੇ, ਤੁਸੀਂ PPCB ਕੰਪਲਾਇੰਸ ਲਈ ਵਾਟਰ ਮੀਟਰ ਪਹਿਲਾਂ ਹੀ ਲਾਏ ਹੋਏ ਨੇ, ਲੇਕਿਨ ਜਿਹੜੇ ਕਮਰਸ਼ੀਅਲ ਯੂਨਿਟ ਨੇ ਜਿਵੇਂ ਗ੍ਰੀਨ ਯੂਨਿਟ, ਕੋਈ ਦਫ਼ਤਰ ਹੁੰਦੇ ਆ, ਹੋਟਲਸ ਹੁੰਦੇ ਨੇ, ਉਹਨਾਂ ਨੂੰ ਵੀ ਜਦੋਂ ਅਸੀਂ ਪਰਮਿਸ਼ਨ ਦੇਵਾਂਗੇ ਤੇ ਵਾਟਰ ਮੀਟਰ ਲਾਣਾ ਜ਼ਰੂਰੀ ਹੋਏਗਾ। ਬਸ ਇੱਕ ਜ਼ਰੂਰੀ ਕੰਮ ਅਸੀਂ ਰੱਖਾਂਗੇ ਜ਼ਰੂਰੀ, ਤੇ ਬਾਕੀ ਚੀਜ਼ਾਂ ਸਿੰਪਲੀਫਾਈ ਕੀਤੀਆਂ ਜਾਣ। Now I'll request the members, Shri Gupta and Dr. Kukul, दोनों ही बहुत माहिर ने। गुप्ता साहब सेंट्रल ग्राउंड वाटर अथॉरिटी के चेयरमैन रह चुके हैं, हाइड्रोजियोलॉजी के माहिर ने ऑल इंडिया लेवल पे। कुकल साहब सॉइल साइंटिस्ट ने, एग्रीकल्चर के माहिर प्रोफेसर PIU से हेड ऑफ डिपार्टमेंट डीन भी रह चुके हैं। उन्होंने वालों भी मैं उन्होंने रिक्वेस्ट करूँगा 2 मिनट से अपनी गल साझी करें। गुप्ता साहब पहले आप कुछ कहना चाहें? बस सर, थैंक यू। आई थिंक आपने you have covered almost all the points by and large. The only point that is remaining was somebody, I think Tarun Bawa says using surface water. That is a very good suggestion in case surface water provide किया जा सके किसी तरह से, in especially the major industries जो हैं, जो काफी ground water use करती हैं, so we can save a lot of ground water in that way and also utilize surface water for industries. As far as simplification is concerned, as you have already assured that we are trying to simplify many things, let's hope we are successful in that. That's all. And I also compliment Mr. Kapila to have gone through the documents so deeply. I would request all of you to please study those documents because it gives you a sense of, feeling as to what is going on and what is the thinking of the environment board in the country, so that you are aware. Of course, it may be harsh, but still we have to live with the realities of what the courts say. So that is all that I would like to say right now. Thank you. Thank you जी, Dr. Kukul. हाँ जी, थैंक यू सर। सत श्री अकाल सारे ਨੂੰ ਮੇਰੇ ਵੱਲੋਂ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਜਿੰਨੇ ਸਾਨੂੰ ਸੁਝਾਅ ਬਹੁਤ ਅੱਛੇ ਮਿਲੇ, ਜਿਹੜੇ ਕਿ ਮੈਨੂੰ ਲੱਗਦਾ ਜਦੋਂ ਅਸੀਂ ਪਾਲਿਸੀ ਬਣਾਵਾਂਗੇ ਤਾਂ ਇਹ ਸੁਝਾਅ ਸਾਡੇ ਬਹੁਤ ਕੰਮ ਆਉਣਗੇ। ਦੂਸਰੀ ਖੁਸ਼ੀ ਦੀ ਗੱਲ ਇਹ ਕਿ ਤਕਰੀਬਨ ਸਾਰੇ ਮੈਂਬਰ ਇਹ ਰਿਸਪੌਂਸਿਬਿਲਿਟੀ ਫੀਲ ਕਰਦੇ ਹੈ ਕਿ ਪਾਣੀ ਕੰਜ਼ਰਵ ਕਰਨਾ ਸਾਡਾ ਸਾਰਿਆਂ ਦਾ ਫਰਜ਼। ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ, ਤੁਸੀਂ ਮੇਰੇ ਤੋਂ ਬਹੁਤ ਸਿਆਣੇ ਹੋ ਸਾਰੇ। ਪਾਣੀ ਦੀ ਸਿਚੁਏਸ਼ਨ ਇੰਨੀ ਗ੍ਰਿਮ ਹੋ ਗਈ ਹੈ, 15-20 ਸਾਲ ਪਹਿਲਾਂ ਅਗਰ ਝਾਤ ਮਾਰੀਏ ਤੇ ਪਾਣੀ ਜਿੱਥੋਂ ਮਿਲਦਾ ਸੀ, ਟੂਟੀਆਂ ਚੱਲਦੀਆਂ ਹੁੰਦੀਆਂ ਸੀ, ਪੀ ਲਿਆ ਪਾਣੀ। ਅੱਜ ਅਸੀਂ ਪਾਣੀ ਖਰੀਦ ਕੇ ਪੀ ਰਹੇ, ਭਾਵੇਂ ਘਰਾਂ ਦੇ ਵਿੱਚ ਤੁਸੀਂ RO ਲਾਏ ਹੋਏ ਹੈ। RO ਵੀ ਇੱਕ ਇਨਵੈਸਟਮੈਂਟ ਹੈ, RO ਤੋਂ ਬਿਨਾਂ ਅਸੀਂ ਟੂਟੀ ਦਾ ਪਾਣੀ ਨਹੀਂ ਪੀਂਦੇ। ਤੇ ਤੁਸੀਂ ਹਿਸਾਬ ਲਾਓ ਵੀ ਜੇ ਇਹੀ ਸਿਚੁਏਸ਼ਨ ਚੱਲਦੀ ਰਹੀ ਤਾਂ ਅੱਜ ਤੋਂ ਅੱਗੇ 10 ਸਾਲ 20 ਸਾਲ ਬਾਅਦ ਤਾਂ ਆਈ ਸ਼ੁੱਡ ਨਾਟ ਸੇ ਕਿ ਇਹ ਗੱਲ ਨਾ ਹੋਵੇ ਕਿ ਸਾਨੂੰ ਪਾਣੀ ਮਿਲੇ ਹੀ ਨਾ ਪੀਣ ਵਾਸਤੇ, ਨਾ ਖੇਤੀ ਵਾਸਤੇ, ਤਾਂ ਨਾ ਇੰਡਸਟਰੀ ਵਾਸਤੇ। ਸੋ ਇਹ ਸਾਡੇ ਸਾਰਿਆਂ ਦਾ ਫਰਜ਼ ਹੈ। STPs ਦੀ ਗੱਲ ਹੋਈ ਹੈ, ਬੜੀ ਇੰਡਸਟਰੀਆਂ, ਹੁਣ ਮੇਰੇ ਇੱਕ ਵੀਰ ਨੇ ਕਿਹਾ ਕਿ ਇੰਡਸਟਰੀਜ਼ ਜਿਹੜੇ ਨੇ ਬੜੇ ਸਿਆਣੇ ਹੋ ਗਏ ਹੈ। ਯੈਸ ਆਈ ਨੋ, ਮਗਰ ਮੈਨੂੰ ਖੁਸ਼ੀ ਤਾਂ ਹੋਏਗੀ ਜੇ ਲੁਧਿਆਣੇ ਦਾ ਬੁੱਢਾ ਨਾਲਾ ਉਹਦੇ 'ਚ ਸਾਫ਼ ਪਾਣੀ ਵਗਣਾ ਸ਼ੁਰੂ ਹੋ ਜਾਵੇ, ਫਿਰ ਮੈਂ ਕਹਾਂ ਕਿ ਹਾਂ ਵਾਕਈ ਸਾਡੇ ਜਿਹੜੇ ਕੌਨਸ਼ੀਅਸ ਹੋ ਗਏ ਇੰਡਸਟਰੀ ਦੇ ਵੀਰ, ਔਰ ਇੱਕ ਰਿਸਪੌਂਸਿਬਿਲਿਟੀ ਦੇ ਤੌਰ ਤੇ ਅਸੀਂ ਸਾਰੇ। ਅਥਾਰਟੀ, ਤੁਸੀਂ ਇਹ ਨਾ ਸੋਚਿਓ ਕਿ ਅਥਾਰਟੀ ਤੁਹਾਡੇ ਤੇ ਬੜੇ ਕੋਈ ਸਖਤ ਕਦਮ ਚੁੱਕਣ ਜਾ ਰਹੀ ਹੈ। ਆਫ ਕੋਰਸ ਅਥਾਰਟੀ ਦੇ ਵੀ ਹੱਥ ਵੱਜੇ ਹੋਏ ਹੈ, NGT ਹੈ, ਔਰ
ਕੁਛ ਨਾ ਕੁਛ ਗਾਈਡਲਾਈਨ ਸਾਨੂੰ ਉਹਨਾਂ ਦੀਆਂ ਫੋਲੋ ਕਰਨੀਆਂ ਪੈਣੀਆਂ, ਪਰ ਐਟ ਦ ਸੇਮ ਟਾਈਮ ਸਾਨੂੰ ਸਮਾਲ ਇੰਡਸਟਰੀ ਦੀ ਬਹੁਤ ਜ਼ਿਆਦਾ ਚਿੰਤਾ ਹੈ। ਚੇਅਰਮੈਨ ਸਾਹਿਬ ਅਕਸਰ ਕਹਿ ਦਿੰਦੇ ਹੁੰਦੇ ਆ, ਹਾਲਾਂਕਿ ਮੈਂ ਤੇ ਮੇਰੇ ਗੁਪਤਾ ਸਾਹਿਬ ਜਿਹੜੇ ਕਲੀਗ ਨੇ ਅਸੀਂ ਥੋੜੇ ਸਖਤ ਹੋ ਜਾਂਦੇ ਹਾਂ, ਪਰ ਚੇਅਰਮੈਨ ਸਾਹਿਬ ਦਾ ਇਹ ਹਮੇਸ਼ਾ ਵੀ ਹੁੰਦਾ ਹੈ ਕਿ ਨਹੀਂ ਸਮਾਲ ਇੰਡਸਟਰੀ ਉਹਨਾਂ ਦੇ ਬਾਰੇ ਸੋਚੋ ਕੁਛ। ਸੋ ਆਈ ਅਸ਼ੋਰ ਯੂ ਕਿ ਤੁਹਾਡੇ ਜਿਹੜੇ ਸੁਝਾਅ ਨੇ ਇਹ ਜ਼ਰੂਰ ਅਸੀਂ ਟੇਕ ਕੇਅਰ ਕਰਾਂਗੇ ਜਦੋਂ ਇਹ ਪਾਲਿਸੀ ਬਣਾਵਾਂਗੇ। ਬਹੁਤ ਮਜ਼ਾ ਆਇਆ ਅੱਜ ਦੀ ਮੀਟਿੰਗ ਵਿੱਚ, ਬੜਾ ਕੁਝ ਅਸੀਂ ਸਿੱਖਿਆ ਤੁਹਾਡੇ ਤੋਂ, ਬਹੁਤ ਵਧੀਆ ਸੁਝਾਅ, ਥੈਂਕ ਯੂ ਵੈਰੀ ਮਚ। आखिरी पॉइंट प्रधान जी सिटी वाइज मीटिंग करिए, वो भी जरूर करांगे। सो असी जलंधर एंड अमृतसर खास कर सिटी वाइज मीटिंग जरूर करांगे। कंक्लूड करा मिस्टर पंकज शर्मा, जनरल सेक्रेटरी CNC। Thank you, Kaji. Am I audible? Yeah. I would like to thank all the dignitaries. I would like to thank Shri Karan Avtar Singh ji IAS, Chairman of Punjab Water Regulation and Development Authority. He took his precious time to be among us and guide us and tell us about all the processes which are coming up. Along with him, I would like to thank Shri Surinder Singh Kukalji, Member of Punjab Water Regulatory Authority and Development, and Shri Sushil also. And one more humble request, which Ukarji also put up, is there should be ample industry representation in the authority, so that what we understand, what we can bring to government's notice, maybe that will simplify the process. Sir, I once again thank you for sparing your valuable time, and I thank all the members who came and attended the meeting and who shared their views with us. Thank you one and all. थैंक यू जी, बहुत बहुत शुक्रिया। थैंक यू प्रधान। थैंक यू। Thank you, Ji. Thank you so much. Thank you, Upkar ji. Thanks for such a nice initiative.